वो मैसेज सारा चला गया। करिए शुरू जी। हाँ जी करो जी फिर। दरबारे खालसा जूम चैनल नाल जुड़े हुए सारे पार्टिसिपेंट्स ਨੂੰ जय हिंद सत श्री अकाल। ਅੱਜ दिन ਐਤਵਾਰ 14 फरवरी 2021 ਜਿਹੜਾ ਅੱਜ ਦਾ ਆਪਣਾ ਏਜੰਡਾ ਖੇਤੀ ਸਤਸੰਗ ਦਾ ਮੁੱਖ ਤੌਰ ਤੇ ਵਿਚਾਰ ਵਟਾਂਦਰਾ ਕਰਨ ਦਾ ਜਿਹੜੇ ਪਿੱਛੇ 6 ਸਤਸੰਗ ਹੋ ਚੁੱਕੇ ਸੀ ਉਹਦੇ ਆਧਾਰ ਤੇ ਹੈ। ਪਹਿਲੇ ਸਤਸੰਗਾਂ ਦੇ ਵਿੱਚ ਆਪਾਂ ਇਹ ਸਾਰਾ ਕੁਝ ਡਿਸਕਸ ਕੀਤਾ, ਇੰਟਰੋਡਕਸ਼ਨ ਹੋ ਗਈ। ਇਹ ਤੋਂ ਬਾਅਦ ਦੇ ਵਿੱਚ ਜਿਹੜਾ ਹੈ ਪੈਪਰ ਬਾਰੇ ਗੱਲ ਕਾਫੀ ਹੋ ਗਈ। ਫਿਰ ਮੁੱਖ ਤੌਰ ਦੇ ਉੱਤੇ ਜਿਹੜਾ ਆਪਣਾ ਸਿਸਟਮ ਹੈ ਆਇਡੈਂਟੀਕਲ ਸਾਰੀ ਦੁਨੀਆ ਦੇ ਵਿੱਚ ਹੀ ਫਗਵਾੜਾ ਗੁੱਡ ਗਰੋ ਕ੍ਰੌਪਿੰਗ ਸਿਸਟਮ, ਇਹਦਾ ਸਿਧਾਂਤ ਕੀ ਆ, ਕਿਵੇਂ ਲਾਗੂ ਹੋ ਗਿਆ ਤੇ ਕੀ ਇਹਦੇ ਬੈਨੀਫਿਟਸ ਨੇ, ਤੇ ਇਹਨੂੰ ਕਲਿਆਣਕਾਰੀ ਸਿਸਟਮ ਵੀ ਕਿਹਾ ਜਾ ਸਕਦਾ ਤੇ ਇਨਕਲਾਬੀ ਸਿਸਟਮ ਵੀ ਕਹਿ ਰਹੇ ਹਾਂ ਅਸੀਂ ਇਹਨੂੰ। ਅੱਜ ਜਿਹੜਾ ਮੁੱਖ ਤੌਰ ਤੇ ਫਿਰ ਪੈਪਰ ਬਾਰੇ ਕਾਫੀ ਕੁਆਰੀਜ਼ ਆਈਆਂ ਨੇ, ਬਾਅਦ ਦੇ ਵਿੱਚ ਵੀ ਆਈਆਂ ਨੇ। ਕੁੱਲ ਮਿਲਾ ਕੇ ਗੱਲ ਇੱਥੇ ਪਹੁੰਚ ਗਈ ਆ ਵੀ ਫਗਵਾੜਾ ਗੁੱਡ ਗਰੋ ਸਾਡੇ ਜਿਹੜੇ ਪੈਦਾਵਾਰੀ ਸਿਸਟਮ ਹੈ ਫਗਵਾੜਾ ਗੁੱਡ ਗਰੋ ਕ੍ਰੌਪਿੰਗ ਸਿਸਟਮ, ਪ੍ਰੋਸੈਸਿੰਗ ਦਾ ਤੇ ਮਾਰਕੀਟਿੰਗ ਦਾ ਪੈਪਰੋ ਸਿਸਟਮ ਬਾਰੇ ਸਾਰੇ ਪਾਰਟਿਸਿਪੇਟ ਦੀ ਸਹਿਮੀਅਤ ਸੀ, ਖੁਸ਼ ਨੇ ਸਾਰੇ। ਇਸ ਤੋਂ ਅਗਾਂਹ ਜਿਹੜਾ ਅੱਜ ਆਪਾਂ ਮੁੱਖ ਤੌਰ ਤੇ ਡਿਸਕਸ ਕਰਨਾ ਤੇ ਉਹ ਸੀਗਾ ਆਰਗੇਨਾਈਜੇਸ਼ਨ ਦੇ ਬਾਰੇ, ਸਟਰਕਚਰ ਕੀ ਹੋਏ ਜਿਹੜਾ ਸਿਸਟਮ ਲੈ ਕੇ ਚੱਲੀਏ। ਇਨ ਜਨਰਲ ਵਿਅਕਤੀਗਤ ਕੁਝ ਐਸਪੀਰੇਸ਼ਨ ਹੁੰਦੀਆਂ ਨੇ ਤੇ ਉਹ ਫਿਰ ਇੱਕ ਰੂਪ ਧਾਰ ਜਾਂਦੇ ਆ ਇੱਕ ਸਮੂਹ ਦੀ ਐਸਪੀਰੇਸ਼ਨ ਦੀਆਂ ਚਾਹਤਾਂ ਦਾ ਵੀ। ਇਹ ਕੰਮ ਐ ਕਰਕੇ ਐ ਹੋਣਾ ਚਾਹੀਦਾ, ਇਹ ਕੰਮ ਐ ਕਰਕੇ ਐ ਹੋਣਾ ਚਾਹੀਦਾ। ਲੇਕਿਨ ਜਨਰਲ ਜਿਹੜੇ ਦੇਖਦੇ ਆ ਸਾਡੇ ਕੋਲ ਉਹ ਚਲਾਉਣ ਵਾਸਤੇ ਕੋਈ ਜਥੇਬੰਦੀ ਨਹੀਂ ਹੈ। ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰ, ਜੇ ਹੋ ਸਕਦਾ ਤਾਂ ਆਪਾਂ ਕਰ ਲਈਏ, ਨਹੀਂ ਤਾਂ ਆਪਾਂ ਇਹਦੇ ਲਈ ਗੱਲ ਕਰ ਲੈਂਦੇ ਹਾਂ। ਕਿਉਂ ਜੀ, ਜਥੇਬੰਦੀ ਚਾਹੀਦੀ ਆ, ਸਟਰਕਚਰ ਤਾਂ ਚਾਹੀਦੀ। ਹਾਂ ਇਹ ਬਹੁਤ ਜ਼ਰੂਰੀ ਹੈ ਜੀ, ਇਹਦਾ ਤਾਂ ਆਪਾਂ ਨੂੰ ਪ੍ਰਬੰਧ ਕਰਨਾ ਹੀ ਪੈਣਾ। ਇਹਦੇ ਬਾਰੇ ਸੁਝਾਅ ਵੀ ਪਾਏ ਨੇ ਕੁਝ ਜਿਹਨਾਂ ਨੇ ਪਹਿਲਾਂ ਵੀ ਤੁਸੀਂ ਪੜ੍ਹੇ ਵੀ ਹੋਣੇ ਆ ਤੇ ਉਹ ਦੇਖ ਲੈਣੇ ਚਾਹੀਦੇ ਆ, ਉਹ ਡਿਸਕਸ ਕਰ ਲੈਣੇ ਚਾਹੀਦੇ ਆ। ਤੇ ਆਪਣੇ ਕਰਨਦੀਪ ਨੇ ਸੁਝਾਅ ਪਾਏ ਨੇ ਕੁਛ, ਤੇ ਮੈਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਆਪਣਾ ਦੱਸੋ ਵੀ। ਕਰਨਦੀਪ ਦੱਸੋ ਕੀ ਸੁਝਾਅ ਨੇ ਤੁਹਾਡੇ। ਡਾਕਟਰ ਸਾਹਿਬ ਮੈਡਮ ਜੋਤੀ ਸ਼ਰਮਾ ਹਾਜ਼ਰ ਹੋਏ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਸ ਮੀਟਿੰਗ ਦੇ ਵਿੱਚ। ਅੱਛਾ ਆ ਗਿਆ, ਚਲੋ ਜੀ ਆ ਜੀ ਧੰਨਵਾਦ ਬਹੁਤ ਜ਼ਿਆਦਾ ਜੀ। ਥੈਂਕ ਯੂ। ਬੜਾ ਚੰਗਾ ਹੋਇਆ, ਬੜਾ ਚੰਗਾ ਹੋਇਆ। ਹਾਂ ਸ਼ਰਮਾ ਜੀ ਆਪਣੇ ਜੋਤੀ ਸ਼ਰਮਾ ਬਾਰੇ ਦੱਸ ਦਈਏ ਫਿਰ। ਹਾਂਜੀ ਮੈਡਮ ਜੋਤੀ ਸ਼ਰਮਾ ਜੀ ਆਇਆ। ਜੋਤੀ ਸ਼ਰਮਾ ਜਿਹੜਾ ਹੈਗਾ ਖੁਦ ਆਪਣਾ NGO ਚਲਾ ਰਹੇ ਨੇ, ਫੋਰਮ ਫਾਰ ਰਿਸੋਰਸ ਕੰਜ਼ਰਵੇਸ਼ਨ ਤੇ ਐਂਡ ਐਨਹਾਂਸਮੈਂਟ। ਵਰਚੁਅਲੀ ਜੋਤੀ ਸ਼ਰਮਾ ਵਿਜ਼ਿਟਿੰਗ ਪ੍ਰੋਫੈਸਰ ਸੀ ਬਰਾਊਨ ਯੂਨੀਵਰਸਿਟੀ ਅਮਰੀਕਾ। ਇਹਨਾਂ ਨੇ ਉੱਥੇ ਸਿਸਟਮ ਬਾਰੇ ਜਿਹੜਾ ਹੈ ਆਪਣਾ ਫਗਵਾੜਾ ਗੁੱਡ ਗਰੋ ਕ੍ਰੌਪਿੰਗ ਸਿਸਟਮ ਦੇ ਬਾਰੇ ਉੱਥੇ ਉਹਨਾਂ ਨੂੰ ਪਤਾ ਲੱਗਾ। ਉੱਥੋਂ ਆਣ ਕੇ ਇਹ ਪਹਿਲਾਂ ਆਪ ਆਏ, ਫਿਰ ਇਹਨਾਂ ਟੀਮ ਲਿਆ ਕੇ ਅਲਟੀਮੇਟਲੀ ਇਹਨਾਂ ਨੇ ਫਰਵਰੀ 2017 ਚ ਇਹਨਾਂ ਦਾ ਮੈਸੇਜ ਆਇਆ ਤੇ ਮੈਂ ਫੈਸਲਾ ਕਰ ਲਿਆ ਵੀ ਜਿਸ ਦੇਸ਼ ਨੂੰ ਅਸੀਂ ਬਿਲੋਂਗ ਕਰਦੇ ਹਾਂ ਜੇ ਪਾਣੀ ਉੱਥੇ ਮੁੱਕ ਗਿਆ, ਕਿਉਂਕਿ ਜ਼ਿਆਦਾ ਕੰਮ ਦਾ ਪਾਣੀ ਵਾਟਰ ਕੰਜ਼ਰਵੇਸ਼ਨ ਦਾ। ਇਹ ਵਾਪਸ ਆ ਗਏ। ਆਣ ਕੇ ਇਹਨਾਂ ਨੇ ਬੜੀ ਹਿੰਮਤ ਕੀਤੀ, ਇੱਥੇ ਸਾਰੇ ਮਿਲਦੇ ਰਹੇ ਨੇ ਤੇ ਹੁਣ ਪੰਜਾਬ ਦੇ ਵਿੱਚ ਇਹਨਾਂ ਨੇ ਇੱਕ ਆਇਡੈਂਟੀਕਲ ਯਤਨ ਕੀਤਾ। ਉਹ ਆਪਣਾ ਸਕੂਲ ਖੋਲਿਆ, ਉਹਦਾ ਨਾਂ ਹੈ PRJV ਪੰਡਿਤ ਜਗਤ ਰਾਮ ਭਾਰਗਵ ਸਕੂਲ ਫਾਰ ਜਿਹੜਾ ਹੈ ਪ੍ਰੋਫਿਟੇਬਲ ਐਗਰੀਕਲਚਰ ਐਂਡ ਸੋਰਸ ਰਿਸੋਰਸ ਕੰਜ਼ਰਵੇਸ਼ਨ। ਇਸ ਕਰਕੇ ਸਪਾਰਕ ਅਸੀਂ ਮੈਡਮ ਜੋਤੀ ਸ਼ਰਮਾ ਨੂੰ ਜੀ ਆਇਆਂ ਕਹਿੰਦੇ ਹਾਂ। ਇਹਦੇ ਨਾਲ ਹੀ ਫਿਰ ਇਹਨਾਂ ਨੂੰ ਵੀ ਪਹਿਲਾਂ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਬਾਰੇ ਹੋਰ ਜਿਹੜਾ ਹੈ ਜਾਣਨ ਪਾਓ। ਮੈਡਮ ਜੋਤੀ ਸ਼ਰਮਾ ਆਪਣੇ ਕੁਲਦੀਪ ਜੀ ਨੂੰ ਮਿਊਟ ਕਰ ਦਿਓ।
थैंक यू भाई साहब। हाँ, अ, मुझे तो मेरा इंट्रोडक्शन आप सबके सामने कुछ भी नहीं है। मैं तो सिर्फ एक छोटा सा एनजीओ चलाती हूँ। तो मुझे बहुत सीखने को मिला आप सबके साथ जुड़कर, और मैं बिल्कुल चाहती हूँ कि आपके साथ मिलकर आपकी जो फगवाड़ा गुड ग्रो सिस्टम है नेचुरलाइज्ड एग्रीकल्चर का, इसके बारे में ज्यादा से ज्यादा लोगों तक मैसेज पहुंचाया जाए और उनको भी कन्विंस किया जाए, क्योंकि मैंने भी देखा है कि ये जो खेती का मेथड है ये ना केवल किसान के हित में है, क्योंकि उससे उसको पूरे साल भर इनकम मिलती रहती है और पोटेंशियल फॉर हायर इनकम इज देयर, पर उसके अलावा ये भी है कि उसमें पानी की बचत होती है। तो कंग्रेचुलेशंस। और बताइए कि मैं किस तरह से इस काम में आप सबके साथ जुड़ सकती हूँ। थैंक यू। ਥੈਂਕ ਯੂ। ਹਾਂਜੀ, ਆਪਾਂ ਗੱਲ ਸਟਰਕਚਰ ਦੀ ਕਰ ਰਹੇ ਸੀ, ਆਰਗੇਨਾਈਜੇਸ਼ਨ ਕਿਹੋ ਜਿਹੀ ਹੋਵੇ। ਇਹ ਤੇ ਕੁਝ ਬਣਾ ਕੇ ਕਰਨਦੀਪ ਨੇ ਭੇਜੇ ਨੇ ਆਸਟ੍ਰੇਲੀਆ ਤੋਂ। ਕਰਨਦੀਪ ਜੀ ਤੁਸੀਂ ਡਿਸਕਸ ਕਰੋ ਕਿ ਸਟਰਕਚਰ ਕਿਹੋ ਜਿਹਾ ਹੋਵੇ। ਹੈਲੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਹਾਂਜੀ, ਮੈਂ ਡਾਕੂਮੈਂਟ ਬਣਾ ਕੇ ਭੇਜਿਆ ਸੀ, ਤਾਂ ਉਹਦੇ ਉੱਤੇ ਬੇਸਿਕਲੀ ਜੇ ਆਪਾਂ ਦੇਖੀਏ ਤਾਂ ਜਿਹੜਾ ਗੁੱਡ ਗਰੋ ਟੈਕਨੀਕ ਆ, ਇਹ ਇੱਕ ਤਰ੍ਹਾਂ ਨਾਲ ਆਪਾਂ ਇਹ ਲਾ ਲਈਏ ਵੀ ਸਾਡੇ ਕੋਲ ਸੋਲੂਸ਼ਨ ਹੁਣ ਮਿਲ ਚੁੱਕਾ ਆ, ਹਨਾ। ਆਪਣਾ ਪ੍ਰੋਡਕਟ ਜਿਹੜਾ ਆ ਉਹ ਰੈਡੀ ਆ। ਹੁਣ ਆਪਾਂ ਇਸ ਪ੍ਰੋਡਕਟ ਨੂੰ, ਇਸ ਟੈਕਨੀਕ ਨੂੰ ਆਪਾਂ ਪੂਰੇ ਪੰਜਾਬ ਦੇ ਵਿੱਚ ਹਨਾ ਫੈਲਾਉਣਾ ਆ। ਪਹਿਲਾਂ ਪੰਜਾਬ ਦੇ ਵਿੱਚ, ਫਿਰ ਇੰਡੀਆ ਦੇ ਵਿੱਚ, ਐਂਡ ਪੂਰੇ ਫਿਰ ਦੁਨੀਆ ਦੇ ਵਿੱਚ ਆਪਾਂ ਇਹਨੂੰ ਫੈਲਾਉਣਾ ਚਾਹੁੰਦੇ ਹਾਂ। ਤਾਂ ਜਿੱਦਾਂ ਵੱਡੀਆਂ ਕੰਪਨੀਆਂ ਕਰਦੀਆਂ ਨੇ ਬਈ, ਇੱਕ ਵਾਰੀ ਉਹ ਨਾ ਛੋਟੇ ਮਾਰਕੀਟ ਦੇ ਵਿੱਚ ਪਹਿਲਾਂ ਪ੍ਰੋਡਕਟ ਟੈਸਟ ਕਰ ਲੈਂਦੀਆਂ ਨੇ, ਫਿਰ ਉਹ ਜਦੋਂ ਵੱਡੇ ਲੈਵਲ ਤੇ ਫੈਲਾਉਣਾ ਹੁੰਦਾ ਆ, ਫਿਰ ਉਹ ਪ੍ਰੋਪਰ ਸਟਰਕਚਰ ਵੇ ਦੇ ਵਿੱਚ ਇੱਕ ਉਹਨੂੰ ਫੈਲਾਉਣਾ ਸ਼ੁਰੂ ਕਰਦੀਆਂ ਨੇ, ਜਿਹਦੇ ਵਿੱਚ ਕਿ ਕੰਪਨੀ ਦੇ ਇੱਕ ਕੰਪਨੀ ਫਾਰਮ ਕੀਤੀ ਜਾਂਦੀ ਆ। ਆਪਣੇ ਕੇਸ 'ਚ ਆਪਾਂ NGO ਫਾਰਮ ਕਰ ਸਕਦੇ ਹਾਂ। ਉਸ NGO ਦਾ ਇੱਕ ਮੋਟਿਵ ਹੋਏਗਾ, ਉਹਦਾ ਆਪਾਂ ਇੱਕ ਵਿਜ਼ਨ ਰੱਖਾਂਗੇ, ਉਹਦਾ ਪਰਪਸ ਡਿਫਾਈਨ ਕਰਾਂਗੇ, ਉਹਦਾ ਮਿਸ਼ਨ ਇੱਕ ਹੋਏਗਾ। ਉਸ NGO ਦਾ ਇੱਕ ਮਿਸ਼ਨ ਆ। ਉਸ NGO ਦੇ ਵਿੱਚ ਫਿਰ ਬੋਰਡ ਆਫ ਡਾਇਰੈਕਟਰਸ ਹੋਣਗੇ। ਬੋਰਡ ਆਫ ਡਾਇਰੈਕਟਰਸ ਜਿਹੜੇ ਹੋਣਗੇ ਉਹ ਆਪਣੇ ਇੱਕ ਤਰ੍ਹਾਂ ਨਾਲ ਸੂਟੇਬਲ ਜੋ ਵੀ ਉਹਨਾਂ ਦਾ ਸਕਿੱਲ ਸੈਟ ਆ, ਉਹ ਜਾਂ ਨੌਲੇਜ ਆ, ਉਹਦੇ ਹਿਸਾਬ ਦੇ ਨਾਲ ਉਹ ਆਪਣਾ ਕੰਟਰੀਬਿਊਸ਼ਨ ਕਰਨਗੇ, ਐਂਡ NGO ਦੀ ਜਿਹੜੀ ਪਾਲਿਸੀਜ਼ ਆ ਉਹਨੂੰ ਸੈੱਟ ਕਰਨਗੇ। ਫਿਰ ਉਹਨੂੰ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਨ ਵਾਸਤੇ ਸਾਨੂੰ ਫਿਰ ਇੱਕ ਟੀਮ ਹਾਇਰ ਕਰਨੀ ਹੋਏਗੀ। ਉਸ ਜਿਹੜੀ ਕਿ ਅਲਟੀਮੇਟਲੀ ਜਿਹੜੀ ਵੀ ਬੋਰਡ ਆਫ ਡਾਇਰੈਕਟਰਸ ਨੇ ਡਾਇਰੈਕਸ਼ਨ ਸੈੱਟ ਕੀਤੀ ਆ, ਹਨਾ, ਇੱਕ ਸਾਲ ਦੇ ਵਿੱਚ ਆਪਾਂ ਕੀ ਅਚੀਵ ਕਰਨਾ। ਸਪੋਜ਼ ਆਪਾਂ ਇੱਕ ਸਾਲ ਦੇ ਵਿੱਚ ਕਿੰਨੇ ਪਿੰਡਾਂ ਦੇ ਵਿੱਚ ਹਨਾ ਇਸ ਨੂੰ ਫੈਲਾਉਣਾ ਆ, ਉਹ ਸਾਰਾ ਕੁਝ ਗਰਾਊਂਡ ਲੈਵਲ ਦੇ ਉੱਤੇ ਉਹ ਜਾ ਕੇ ਉਹ ਕੰਮ ਕਰਨਗੇ। ਐਂਡ ਉਹ ਕੰਮ ਕਰਨ ਗਰਾਊਂਡ ਲੈਵਲ ਤੇ ਜਿਹੜੀ ਟੀਮ ਹੋਏਗੀ ਉਹ ਫਿਰ ਅਲਟੀਮੇਟਲੀ ਰਿਪੋਰਟ ਕਰੇਗੀ ਬੋਰਡ ਆਫ ਡਾਇਰੈਕਟਰਸ ਨੂੰ। ਤਾਂ ਇਹ ਚੀਜ਼ ਮਤਲਬ ਇਸ ਤਰ੍ਹਾਂ ਦਾ ਸਟਰਕਚਰ ਮੈਂ ਪ੍ਰਪੋਜ਼ ਕੀਤਾ ਸੀ ਮੇਰੇ ਡਾਕੂਮੈਂਟ ਦੇ ਵਿੱਚ। ਆਪਾਂ ਇੱਕ ਐਂਟੀਟੀ ਕ੍ਰੀਏਟ ਕਰ ਸਕਦੇ ਹਾਂ ਜਿਹਦਾ ਨਾਮ ਹੋਏਗਾ ਨੈਚੁਰਲਾਈਜੇਸ਼ਨ ਆਫ ਐਗਰੀਕਲਚਰ। ਇੱਕ NGO ਹੋ ਸਕਦੀ ਆ। NGO ਦਾ ਬੈਨੀਫਿਟ ਇੱਕ ਇਹ ਰਹੇਗਾ ਵੀ ਹਾਂ ਉਹਦੀ ਜਿਹੜਾ ਰੈਵਨਿਊ ਆਏਗਾ ਉਹ ਤਾਂ ਆਪਾਂ ਨੂੰ ਗ੍ਰਾਂਟ ਕਿਤੋਂ ਮਿਲੇਗੀ ਜਾਂ ਕੰਟਰੀਬਿਊਸ਼ਨ ਵਲੰਟੀਅਰਸ ਕਰਨਗੇ। ਮੇਨਲੀ NGO ਦਾ ਇਹ ਬੈਨੀਫਿਟ ਰਹੇਗਾ ਵੀ ਕੋਈ ਵੀ ਜਿਹੜਾ ਉਹਦੇ ਵਿੱਚ ਸਟੇਕ ਹੋਲਡਰ ਹੋਣਗੇ, ਜਿਹੜਾ ਬੋਰਡ ਆਫ ਡਾਇਰੈਕਟਰ ਵੀ, ਆਪਾਂ ਪੈਸਾ ਬਾਹਰ ਨਹੀਂ ਲੈ ਕੇ ਜਾ ਸਕਦੇ ਉਸ ਵਿੱਚੋਂ। ਜੇ ਆਪਾਂ ਪ੍ਰਾਈਵੇਟ ਕੰਪਨੀ ਬਣਾਉਂਦੇ ਹਾਂ ਤਾਂ ਪ੍ਰਾਈਵੇਟ ਕੰਪਨੀ ਦੇ ਵਿੱਚ ਕੀ ਹੁੰਦਾ ਆ, ਬੇਸਿਕਲੀ ਜਿਹੜੇ ਵੀ ਓਨਰਸ ਹੋਣਗੇ ਨਾ, ਉਹ ਤੁਸੀਂ ਪੈਸਾ ਬਾਹਰ ਆਪਣੇ ਆਪ ਨੂੰ ਡਿਸਟਰੀਬਿਊਟ ਕਰ ਸਕਦੇ ਆ। NGO ਦੇ ਵਿੱਚ ਜੋ ਵੀ ਪੈਸਾ ਆਏਗਾ ਉਹ NGO ਦੀ ਡਿਵੈਲਪਮੈਂਟ ਵਾਸਤੇ ਹੀ ਯੂਜ਼ ਹੋਏਗਾ। ਉਹਦੇ ਵਿੱਚੋਂ ਆਪਾਂ ਸੈਲਰੀ ਪੇ ਕਰ ਸਕਦੇ ਹਾਂ CEO ਨੂੰ, ਜਾਂ ਅੱਗੇ ਨਾ ਜਿਹੜਾ ਵੀ ਗਰਾਊਂਡ ਦੇ ਉੱਤੇ ਲੀਡਰ ਆ ਉਹਨਾਂ ਨੂੰ ਸੈਲਰੀ ਦੇ ਸਕਦੇ ਹਾਂ, ਜਾਂ ਜਿਹੜੇ ਆਪਾਂ ਅੱਗੇ ਇੰਪਲੋਈ ਰੱਖ ਸਕਦੇ ਹਾਂ ਉਹਨਾਂ ਨੂੰ ਆਪਾਂ ਸੈਲਰੀ ਦੇ ਸਕਦੇ ਹਾਂ, ਜਿਹੜਾ ਕਿ ਖਰਚਿਆਂ ਵਿੱਚ ਆ ਜਾਏਗਾ। ਪਰ ਉਹਦੇ ਵਿੱਚੋਂ ਆਪਾਂ ਜੇ NGO ਦਾ ਕੱਲ੍ਹ ਨੂੰ ਪ੍ਰੋਫਿਟ ਹੁੰਦਾ ਆ, ਉਹ ਪ੍ਰੋਫਿਟ ਆਪਾਂ ਬਾਹਰ ਨਹੀਂ ਲੈ ਕੇ ਜਾ ਸਕਦੇ NGO ਤੋਂ, ਉਹਨੂੰ ਆਪਾਂ ਰੀਇਨਵੈਸਟ ਕਰਾਂਗੇ ਆਪਣੀ ਆਰਗੇਨਾਈਜੇਸ਼ਨ ਨੂੰ ਹੋਰ ਵਧਾਉਣ ਦੇ ਵਿੱਚ। ਤਾਂ ਉਹਦਾ ਐਂਟੀਟੀ ਦਾ ਨਾਮ ਜਿਹੜਾ ਰੱਖਿਆ ਸੀ ਆਪਾਂ ਸੋਚਿਆ ਸੀ ਉਹ ਸੀ ਨੈਚੁਰਲਾਈਜੇਸ਼ਨ ਆਫ ਐਗਰੀਕਲਚਰ।
ਜਿਹੜਾ ਪਰਪਸ ਹੋਏਗਾ to facilitate the scaling up of naturalization of agriculture in Punjab, India and the world. So ਇਹ ਇੱਕ ਤਰ੍ਹਾਂ ਨਾਲ ਉਹਦਾ ਪਰਪਸ ਹੋ ਗਿਆ। ਉਹਦਾ ਮਿਸ਼ਨ ਰੱਖਾਂਗੇ ਆਪਾਂ ਉਹੀ ਜੋ ਆਪਣਾ ਚੱਲ ਰਿਹਾ ਆ, ਸੰਪੂਰਨ ਖੇਤੀ, ਪੂਰਨ ਰੋਜ਼ਗਾਰ, ਜ਼ਹਿਰ ਯੁਕਤ ਤੋਂ ਜ਼ਹਿਰ ਮੁਕਤ। ਇਹ ਆਪਣੀ ਆਰਗੇਨਾਈਜੇਸ਼ਨ ਦਾ ਪੂਰਾ ਮਿਸ਼ਨ ਰਹੇਗਾ। ਉਹਦੀ ਆਪਾਂ ਵੈਲਿਊਜ਼ ਡਿਫਾਈਨ ਕਰ ਸਕਦੇ ਹਾਂ NGO ਦੀਆਂ ਵੀ ਵੈਲਿਊਜ਼ ਉਹਦੇ ਹੋ ਗਏ ਵੀ ਜਿਹੜੇ ਜਦੋਂ ਆਪਾਂ ਕੋਈ ਵੀ ਡਿਸੀਜ਼ਨ ਲੈਣਾ ਆ ਉਹਦੇ ਉਸ ਵੈਲਿਊਜ਼ ਨੂੰ ਧਿਆਨ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਡਿਸੀਜ਼ਨ ਲਿਆ ਕਰਾਂਗੇ। ਵੈਲਿਊਜ਼ ਜਿਹੜੀਆਂ ਮੈਂ ਲਿਖੀਆਂ ਸੀ ਉਹ ਹੈਗੀਆਂ ਨੇ ਟਰਾਂਸਪੇਰੈਂਸੀ, ਵੀ ਆਪਾਂ ਜੋ ਵੀ ਡਿਸੀਜ਼ਨ ਲੈ ਰਹੇ ਹਾਂ ਐਜ਼ ਅ ਆਰਗੇਨਾਈਜੇਸ਼ਨ ਉਹ ਟਰਾਂਸਪੇਰੈਂਟ ਰੱਖਾਂਗੇ। ਟੀਮ ਵਰਕ, ਇਕੱਲੇ ਐਜ਼ ਅ ਸਿੰਗਲ ਇੰਡੀਵਿਜੂਅਲ ਆਪਾਂ ਨਹੀਂ ਕੁਛ ਬਹੁਤਾ ਕਰ ਸਕਦੇ, ਟੀਮ ਜਿਹੜੀ ਆ ਉਹੀ ਸਾਨੂੰ ਅੱਗੇ ਲੈ ਕੇ ਜਾਂਦੀ ਆ, ਤਾਂ ਟੀਮ ਵਰਕ ਰੱਖਾਂਗੇ। ਐਂਡ ਲੀਡਰਸ਼ਿਪ, ਲਾਈਕ ਪ੍ਰੋਵਾਈਡ ਦ ਲੀਡਰਸ਼ਿਪ ਇਨ ਦ ਨੈਚੁਰਲਾਈਜੇਸ਼ਨ ਆਫ ਐਗਰੀਕਲਚਰ। ਤੋ ਐਵੇਂ ਕਰਕੇ ਜਿਹੜਾ ਮੈਂ ਆਰਗੇਨਾਈਜੇਸ਼ਨ ਦਾ ਪਰਪਸ, ਮਿਸ਼ਨ ਐਂਡ ਵੈਲਿਊਜ਼ ਜਿਹੜੀਆਂ ਲਿਖੀਆਂ ਸੀ, ਉਸ ਤੋਂ ਬਾਅਦ ਫਿਰ ਆਪਾਂ ਆਰਗੇਨਾਈਜੇਸ਼ਨ ਦਾ ਗੋਲ ਡਿਫਾਈਨ ਕਰ ਸਕਦੇ ਹਾਂ। ਗੋਲ ਦੇ ਵਿੱਚ ਜਿੱਦਾਂ ਆਪਣਾ ਪਹਿਲਾਂ ਸਭ ਤੋਂ ਪਹਿਲਾਂ ਆ ਗਿਆ ਕਸਟਮਰ। ਕਸਟਮਰ ਸਾਡਾ ਕੌਣ ਹੋਏਗਾ ਆਰਗੇਨਾਈਜੇਸ਼ਨ ਦਾ? ਮੇਨਲੀ ਫਾਰਮਰ ਇਜ਼ ਦਾ ਕਸਟਮਰ। ਆਪਾਂ ਕੀ ਕਰਨਾ ਚਾਹੁੰਦੇ? ਆਪਾਂ ਇਨਕਰੀਜ਼ ਕਰਨਾ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਫਾਰਮਰ ਜਿਹੜੇ ਆ ਇਸ ਟੈਕਨੀਕ ਨੂੰ ਅਪਣਾਉਣ। ਠੀਕ ਹੈ ਜੀ। ਫਿਰ ਉਹਨਾਂ ਦੀ ਦੂਸਰਾ ਹੋ ਸਕਦਾ ਨਾਲ ਰੱਖਾਂਗੇ ਵੀ ਉਹਨਾਂ ਦੀ ਫਾਰਮਰਸ ਜਿਹੜੇ ਹੈਗੇ ਆ, ਕਿਸਾਨ ਵੀਰ ਹੈਗੇ ਆ, ਉਹਨਾਂ ਦੀ ਸੈਟਿਸਫੈਕਸ਼ਨ ਲੈਵਲ ਵਧੇ, ਉਹਨਾਂ ਦੀ ਇਨਕਮ ਲੈਵਲ ਵਧੇ। ਇਹ ਸਾਡੀ ਆਰਗੇਨਾਈਜੇਸ਼ਨ ਦੇ ਗੋਲ ਹੋ ਗਏ। ਇਹਨਾਂ ਗੋਲ ਆਪਾਂ ਇਹ ਸਾਰੇ ਗੋਲ ਆਪਾਂ ਹੋਰ ਵੀ ਐਡ ਕਰ ਸਕਦੇ ਹਾਂ ਤੁਹਾਡੇ, ਆਪਾਂ ਸਾਰੇ ਡਿਸਕਸ ਕਰਕੇ। ਐਂਡ ਅਲਟੀਮੇਟਲੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਐਂਟੀਟੀ ਦਾ ਜਿਹੜਾ ਨਾਮ, ਉਹਦੇ ਵਿੱਚ ਆਪਾਂ ਬੋਰਡ ਆਫ ਡਾਇਰੈਕਟਰਸ ਰੱਖਾਂਗੇ। ਬੋਰਡ ਆਫ ਡਾਇਰੈਕਟਰ ਦੇ ਵਿੱਚ ਆਪਾਂ ਐਗਰੀਕਲਚਰ ਐਕਸਪਰਟਸ, ਸਾਡੇ ਵੋਲੰਟੀਅਰਸ, NRI ਐਕਸਪਰਟਸ, ਐਂਡ ਹਰ ਜੋ ਵੀ ਬੋਰਡ ਮੈਂਬਰ ਆਪਾਂ ਸਿਲੈਕਟ ਕਰੀਏ ਉਹ ਇੱਕ ਯੂਨੀਕ ਸਕਿੱਲ ਸੈਟ ਲੈ ਕੇ ਆਵੇ, ਤਾਂ ਕਿ ਉਹ ਇੱਕ ਅਲੱਗ ਨਜ਼ਰੀਆ ਦੇਵੇ ਪੂਰੀ ਟੀਮ ਨੂੰ ਜਦੋਂ ਕੋਈ ਡਿਸੀਜ਼ਨ ਲੈਣਾ ਹੋਵੇ, ਤਾਂ ਕਿ ਜੋ ਵੀ ਡਿਸੀਜ਼ਨ ਲਿਆ ਜਾਵੇ ਉਹ ਆਰਗੇਨਾਈਜੇਸ਼ਨ ਦੀ ਬੈਟਰਮੈਂਟ ਵਾਸਤੇ ਹੋਵੇ। ਉਸ ਤੋਂ ਬਾਅਦ ਬੋਰਡ ਆਫ ਡਾਇਰੈਕਟਰਸ ਜਿਹੜੇ ਹੋਣਗੇ ਉਹ ਪੂਰੀ ਉਹਦੀ ਆਰਗੇਨਾਈਜੇਸ਼ਨ ਦਾ ਸਟ੍ਰੈਟਜੀ ਸੈੱਟ ਕਰਨਗੇ ਵੀ ਇੱਕ ਸਾਲ ਦੇ ਵਿੱਚ ਆਪਾਂ ਕੀ ਅਚੀਵ ਕਰਨਾ ਹੈ। ਵੀ ਇਹ ਪਹਿਲੇ ਸਾਲ ਦੇ ਵਿੱਚ ਆਪਾਂ ਗੁੱਡ ਟੈਕਨੀਕ ਨੂੰ ਫੈਲਾਉਣਾ ਆ, ਜਿੱਦਾਂ ਆਪਾਂ ਪਹਿਲੇ ਸਾਲ ਦਾ ਇਹੀ ਏਜੰਡਾ ਸੈੱਟ ਕਰ ਲਿਆ। ਉਸ ਤੋਂ ਬਾਅਦ ਜਿਹੜੇ ਦੂਸਰੇ ਜਾਂ ਤੀਸਰੇ ਸਾਲ ਦੇ ਵਿੱਚ ਆਪਾਂ ਫੈਪਰੋ ਮਾਡਲ ਹੈ ਇਹਨੂੰ ਫੈਲਾਉਣਾ ਆ। ਐਵੇਂ ਕਰਕੇ ਬੇਸਿਕਲੀ ਬੋਰਡ ਆਫ ਡਾਇਰੈਕਟਰਸ ਮੇਨ ਉਹ ਡਿਸੀਜ਼ਨ ਲੈਣਗੇ ਇੱਕ ਤਰ੍ਹਾਂ ਨਾਲ। ਐਂਡ ਗਰਾਊਂਡ ਦੇ ਉੱਤੇ ਆਪਾਂ ਇੱਕ ਟੀਮ ਸਾਡੀ ਹਾਇਰ ਕਰਾਂਗੇ, ਅਲੱਗ ਹਾਇਰ ਕਰਾਂਗੇ। ਉਹਨੂੰ ਆਪਾਂ ਲੀਡਰ ਵੀ ਕਹਿ ਸਕਦੇ ਹਾਂ, ਔਨ ਗਰਾਊਂਡ ਲੀਡਰ ਵੀ ਕਹਿ ਸਕਦੇ ਹਾਂ, ਜਾਂ ਮੈਨੇਜਿੰਗ ਡਾਇਰੈਕਟਰ ਕਹਿ ਸਕਦੇ ਹਾਂ। ਉਹਦੀ ਪੋਸਟ ਹੈ ਨਾ, ਉਹ ਤਾਂ ਆਪਾਂ ਡਿਸਾਈਡ ਕਰ ਸਕਦੇ ਹਾਂ। ਜਿਹੜਾ ਕਿ ਗਰਾਊਂਡ ਦੇ ਉੱਤੇ ਸਾਰਾ ਵਰਕ ਕਰੇਗਾ। ਉਹਦੇ ਕੋਲ ਇੱਕ ਆਪਣੀ ਟੀਮ ਹੋਏਗੀ। ਉਹਦੇ ਵਿੱਚ ਇੱਕ ਉਹਦੇ ਕੋਲ R&D ਡਿਪਾਰਟਮੈਂਟ ਹੋਏਗਾ। R&D ਡਿਪਾਰਟਮੈਂਟ ਦੇ ਵਿੱਚ ਡਾਕਟਰ ਅਵਤਾਰ ਹੈਗੇ ਨੇ, ਜਿਹੜੇ ਕਿ ਪੂਰੀ R&D ਕਰਦੇ ਨੇ, ਜਿਨ੍ਹਾਂ ਦਾ ਪੂਰਾ R&D ਆਲਰੇਡੀ ਕੀਤੀ ਵੀ ਹੋਈ ਆ, ਅੱਗੇ ਤੋਂ ਅੱਗੇ ਕਰ ਵੀ ਰਹੇ ਨੇ। ਇਹ ਸਾਰਾ ਉਸ ਪੋਰਸ਼ਨ ਨੂੰ ਦੇਖ ਸਕਦੇ ਆ। ਫਿਰ ਇੱਕ ਆਪਣੇ ਕੋਲ ਇੱਕ ਡੈਡੀਕੇਟਡ ਮਾਰਕੀਟਿੰਗ ਡਿਪਾਰਟਮੈਂਟ ਰਹੇਗਾ। ਕੋਈ ਇੱਕ ਬੇਸਿਕਲੀ ਆਪਾਂ ਇੰਡੀਵਿਜੂਅਲ ਹਾਇਰ ਕਰਾਈਏ, ਕੈਂਡੀਡੇਟ ਹਾਇਰ ਕਰੀਏ, ਜਿਹੜਾ ਕਿ ਮਾਰਕੀਟਿੰਗ ਨੂੰ ਪੂਰਾ ਲੀਡ ਕਰੇ। ਉਹ ਕੀ ਕਰੇਗਾ? ਉਹ ਸਾਰੇ ਜਿੰਨੇ ਵੀ ਸਾਡੇ YouTube ਚੈਨਲਸ ਨੇ ਜਾਂ Facebook ਨੇ, ਇਹਨਾਂ ਸਾਰੀ ਜਿੰਨੀ ਵੀ ਮਾਰਕੀਟਿੰਗ ਐਕਟੀਵਿਟੀਜ਼ ਨੇ ਉਹ ਸਾਰਾ ਉਹ ਮੈਨੇਜ ਕਰੇ, ਉਹਨਾਂ ਨੂੰ ਸਟੋਰ ਕਰਕੇ ਰੱਖੇ, ਉਹ ਵੱਧ ਤੋਂ ਵੱਧ ਉਹਨਾਂ ਨੂੰ ਫੈਲਾਵੇ। ਜੇ ਕੱਲ੍ਹ ਨੂੰ ਫਾਰਮਰਸ ਦੀ ਕਿਤੇ ਗੈਦਰਿੰਗ ਕਰਨੀ ਆ, ਉਹ ਸਾਰਿਆਂ ਨੂੰ ਦੱਸੇ। ਉਹ ਸਾਰਾ ਉਹ ਚੀਜ਼ ਉਹ ਇੱਕ ਇੰਡੀਵਿਜੂਅਲ ਦੇਖੇ। ਐਵੇਂ ਹੀ ਇੱਕ ਆਪਰੇਸ਼ਨਲ ਦੇ ਵਾਸਤੇ ਆਪਾਂ ਟੀਮ ਹਾਇਰ ਕਰ ਸਕਦੇ ਹਾਂ, ਜਿਹੜਾ ਕਿ ਕੰਮ ਹੋਏਗਾ ਭਈ ਗਰਾਊਂਡ ਦੇ ਵਿੱਚ ਜਦੋਂ ਖੇਤੀ ਸਤਸੰਗ ਲਾਉਣਾ ਆ, ਉੱਥੇ ਲੋਜਿਸਟਿਕਸ ਦੀ ਹੈ ਨਾ ਅਰੇਂਜਮੈਂਟ ਕਰਨਾ, ਫਿਰ ਫਾਰਮਰਸ ਨੂੰ ਕਿੱਦਾਂ ਕਨਵਿੰਸ ਕਰਨਾ, ਐਂਡ ਪਲੱਸ ਜਿਹੜੇ ਬਾਕੀ ਦੇ ਉਹਦੇ ਟੀਮ ਮੈਂਬਰਸ ਹੈਗੇ ਨੇ, ਮਾਰਕੀਟਿੰਗ ਵਾਲੇ ਜਾਂ ਰਿਸਰਚ ਐਂਡ ਡਿਵੈਲਪਮੈਂਟ ਵਾਲੇ, ਉਹਨਾਂ ਦੀ ਹੈਲਪ ਕਰਨੀ। ਫਿਰ ਇੱਕ ਡਿਪਾਰਟਮੈਂਟ ਜਿਹੜਾ ਮੈਂ ਕੀਤਾ ਸੀ ਉਹਦੇ ਵਿੱਚ ਪਾਇਆ ਸੀ ਅਕਾਊਂਟਿੰਗ। ਬੇਸਿਕਲੀ ਆਰਗੇਨਾਈਜੇਸ਼ਨ ਦੇ ਜਿਹੜੇ ਫਾਈਨੈਂਸ਼ੀਅਲਸ ਆ ਉਹਨਾਂ ਨੂੰ ਵੀ ਆਪਾਂ ਪੂਰਾ ਮੈਨੇਜ ਕਰਨ ਵਾਸਤੇ ਆਪਾਂ ਨੂੰ ਕੋਈ ਨਾ ਕੋਈ ਇੰਡੀਵਿਜੂਅਲ ਚਾਹੀਦਾ ਹੋਏਗਾ।
ਜਿਹੜਾ ਕਿ ਅਲਟੀਮੇਟਲੀ ਜਿੰਨੇ ਵੀ ਆਰਗੇਨਾਈਜੇਸ਼ਨ ਵਿੱਚ ਪੈਸੇ ਆ ਰਹੇ ਆ ਤਾਂ ਕਿਤੇ ਖਰਚ ਹੋ ਰਹੇ ਆ, ਇਸ ਚੀਜ਼ ਦਾ ਪੂਰਾ ਰਿਕਾਰਡ ਰੱਖੇਗਾ। ਐਂਡ ਬਾਅਦ ਦੇ ਵਿੱਚ ਜਿੰਨੇ ਵੀ ਮਹੀਨੇ ਦੇ ਮਹੀਨੇ ਉਹਦੀ ਆਪਰੇਟ ਜਿੰਨੀ ਵੀ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਉਹਦੀ ਬਣਦੀ ਆ, ਕਿੰਨਾ ਪ੍ਰੋਫਿਟ ਹੋ ਰਿਹਾ, ਕੀ ਲਾਸ ਹੋ ਰਿਹਾ, ਕਿੰਨੀ ਬੈਲੈਂਸ ਸ਼ੀਟ ਆ, ਹੈ ਨਾ, ਕੰਪਨੀ ਦੇ ਕੋਲ ਕਿੰਨਾ ਪੈਸਾ ਆ, ਕੈਸ਼ ਫਲੋ ਕਿੰਨਾ ਆ, ਉਹਦੀ ਸਾਰੀ ਉਹ ਰਿਕਾਰਡਿੰਗ ਰੱਖੇਗਾ। ਤਾਂ ਅਲਟੀਮੇਟਲੀ ਉਹ ਜਿਹੜੀ ਮੈਨੇਜਮੈਂਟ ਦੇ ਨਾਲ ਸ਼ੇਅਰ ਕਰੇਗਾ। ਤਾਂ ਇਹ ਮੇਰੇ ਇਨੀਸ਼ੀਅਲ ਥਾਟਸ ਮੈਂ ਲਿਖੇ ਸੀਗੇ, ਜਿਹੜਾ ਮੈਂ ਡਾਕੂਮੈਂਟ ਸਾਰਿਆਂ ਨਾਲ ਸ਼ੇਅਰ ਕੀਤਾ ਸੀ। ਇਸ ਚੀਜ਼ ਨੂੰ ਆਪਾਂ ਅੱਗੇ ਤੁਹਾਡੀ ਇਨਪੁਟ ਦੇ ਹਿਸਾਬ ਦੇ ਨਾਲ ਆਪਾਂ ਇਹਨੂੰ ਰਿਫਾਈਨ ਵੀ ਕਰ ਸਕਦੇ। ਥੈਂਕ ਯੂ। ਥੈਂਕ ਯੂ, ਬਹੁਤ ਅੱਛਾ, ਬਹੁਤ ਅੱਛਾ। ਹਾਂਜੀ ਕੁਲਦੀਪ ਸਿੰਘ ਜੀ। ਹਾਂਜੀ ਹੈਲੋ। ਬਹੁਤ ਵਧੀਆ ਜੀ, ਸਹੀ ਗੱਲ ਆ। ਸਾਨੂੰ ਇਹਦਾ ਮੁੱਢ ਬਣਨਾ ਚਾਹੀਦਾ ਇਸ ਤਰ੍ਹਾਂ। ਤੇ ਹਾਂ, ਬਾਕੀ ਵੀ ਜਿਹੜਾ ਉੱਪਰ ਕਰ ਦੋ। ਹਾਂਜੀ ਆ ਲੈ ਲਈਏ। ਹਾਂਜੀ ਹਾਂ, ਇਹ ਬੜਾ ਜ਼ਰੂਰੀ ਆ। ਹਾਂਜੀ, ਇਹ ਤੇ ਸਾਰੇ ਹਾਂਜੀ ਆਪਾਂ ਫੈਸਲਾ ਕਰੀਏ ਨਾ, ਮੁੜ ਕੇ ਰਿਕਾਰਡਿੰਗ ਦੂਸਰੇ ਚਲ ਜਾਊਗੀ ਜਿਹੜਾ ਪਾਰਟਿਸਿਪੇਟ ਕਰ ਸਕਦਾ। ਹਾਂਜੀ ਪਰਮਜੀਤ ਸਿੰਘ ਜੀ ਗੱਲ ਕਰਾਂ। ਹਾਂਜੀ ਵੀਰ ਜੀ, ਮੈਨੂੰ ਬਹੁਤ ਵਧੀਆ ਲੱਗਿਆ। ਬਾਕੀ ਇਹਦੇ ਚ ਥੋੜਾ ਜਿਹਾ ਮੈਂ ਇਹ ਸੋਚ ਰਿਹਾ ਸੀਗਾ ਵੀ ਜਦੋਂ ਕਾਰਪੋਰੇਟ ਲਈ ਦੇਣੇ ਆ ਵੱਡੀਆਂ ਕੰਪਨੀਆਂ ਜਾਂ ਕੋਈ ਵੀ ਕਰਦਾ ਹੈਗਾ ਕੰਮ, ਤਾਂ ਉਹਨਾਂ ਨੇ ਜਿਵੇਂ ਆਪਣੀ ਫੈਪਰੋ ਆ ਇਸ ਤਰ੍ਹਾਂ ਕੰਪਨੀ ਬਣਾਈ ਹੋਈ ਹੁੰਦੀ ਹੈ, ਤਾਂ ਉਹਨਾਂ ਦੇ ਜਿਹੜੇ ਐਡਵਰਟਾਈਜ਼ਰ ਹੁੰਦੇ ਆ ਜਾਂ ਇਹਨੂੰ ਪ੍ਰੋਗਰੈਸ ਕਰਨ ਵਾਸਤੇ ਹਾਇਰ ਕੀਤੀ ਹੁੰਦੀ ਹੈ ਟੀਮ ਪ੍ਰੋਫੈਸ਼ਨਲ ਤੌਰ ਤੇ, ਉਹ ਕੰਪਨੀ ਵੱਲੋਂ ਹੁੰਦੀ, ਨਾ ਕਿ NGO ਵੱਲੋਂ। ਕਿਉਂਕਿ NGO ਦੇ ਵਿੱਚ ਫਿਰ ਕਈ ਬਾਉਂਡਸ ਆ ਜਾਂਦੀਆਂ, ਥੋੜਾ ਜਿਹਾ ਢਿੱਲਾਪਣ ਆ ਜਾਂਦਾ, ਜਾਂ ਇੱਕ ਥੋੜਾ ਜਿਹਾ ਪ੍ਰੋਫੈਸ਼ਨਲ ਟੱਚ ਘੱਟ ਹੁੰਦਾ ਹੈ NGO 'ਚ। ਜਿਹੜੀ ਉਹ ਇੱਕ ਚੰਗੀ ਆਪਾਂ ਜਿਵੇਂ ਪ੍ਰੋਫੈਸ਼ਨਲ ਤਰੀਕੇ ਨਾਲ ਵਧੀਆ ਇੱਕ ਬਿਜ਼ਨਸ ਲੈਵਲ ਤੇ ਕੰਮ ਚਲਾਉਂਦੇ ਆ, ਤਾਂ ਉਹਦੇ ਵਿੱਚ ਕੰਪਨੀ ਹਰ ਤਰ੍ਹਾਂ ਦੇ ਮੈਨੇਜਰ ਨੂੰ, ਹਰ ਤਰ੍ਹਾਂ ਦੇ ਬੰਦੇ ਨੂੰ ਜਿਹੜਾ ਹੈਗਾ ਆਪਾਂ ਕਹਿ ਦਿੰਦੇ ਆ ਵੀ ਹਾਇਰ ਕਰਦੀ ਹੈ, ਜਿਹਨੇ ਉਹ ਟਾਰਗੇਟਡ ਉਹਨੇ ਟਾਈਮ 'ਚ ਉਹਨਾਂ ਆਪਾਂ ਨੂੰ ਪ੍ਰੋਗਰੈਸ ਦੇਣੀ ਹੁੰਦੀ ਹੈ। ਜਿਵੇਂ ਆਪਾਂ TV ਦੇ ਐਡ ਦੇਦੇ ਆ, ਜਾਂ ਕੋਈ ਮੈਨੇਜਰ ਹੁੰਦੇ ਆ ਡਿਵੈਲਪਮੈਂਟ ਵਾਸਤੇ ਰੱਖੇ ਹੋਏ ਹੁੰਦੇ ਆ, ਪ੍ਰੋਗਰਾਮਰ ਹੁੰਦੇ ਆ, ਜਾਂ ਕੋਈ ਕਿਸੇ ਵੀ ਤਰ੍ਹਾਂ ਦਾ, ਜਿਵੇਂ ਆਪਾਂ ਐਜੂਕੇਸ਼ਨ ਦੇ ਪੱਖ ਚੋਂ ਹੀ ਦੇਖਦੇ ਹਾਂ ਵੀ ਇਹਦਾ ਪ੍ਰਚਾਰ ਕਰਨਾ ਹੈਗਾ ਆਪਾਂ ਇਸ ਦਾ। ਤਾਂ ਮੈਂ ਸੋਚ ਰਿਹਾ ਸੀ ਵੀ NGO ਦੇ ਨਾਲ ਦਾਇਰਾ ਜਿਹੜਾ ਹੈਗਾ ਕਿ ਡਿਫਰੈਂਟ ਅੱਡ ਦੋ ਤਿੰਨ ਸੰਸਥਾਵਾਂ, ਕਿਉਂਕਿ 1991 ਤੋਂ ਮੈਂ NGO ਨਾਲ ਕੰਮ ਕੀਤਾ ਹੋਇਆ ਹੈ, ਵੀ NGO ਨਾਲੋਂ ਬੈਟਰ ਨਹੀਂ ਹੈ ਵੀ ਜੇ ਆਪਾਂ ਫੈਪਰੋ ਦੇ ਅੰਡਰ ਹੀ ਇਹ ਜਿਹੜਾ ਸੈੱਲ ਕੈਂਪ ਕੀਤਾ ਜਾਵੇ। ਨਾਲੇ ਤਾਂ ਉਹ ਥੋੜਾ ਜਿਹਾ ਸੰਗਠਿਤ, ਨਾਲੇ ਇੱਕ ਥੋੜਾ ਜਿਹਾ ਟੀਮ ਪਹਿਲਾਂ ਹੀ ਬਣੀ ਹੋਈ ਹੈ ਤੁਹਾਡੀ, ਮੈਂ ਜਾਣਦਾ ਤਾਂ ਨਹੀਂ ਉਹਦੇ ਵਿੱਚ ਪੂਰਾ ਡਿਟੇਲ, ਬਟ ਮੈਨੂੰ ਲੱਗ ਰਿਹਾ ਹੈਗਾ ਵੀ ਉਹ ਬੈਟਰ ਰਹੇਗਾ ਉਹਦੇ ਨਾਲੋਂ। ਅੱਗੇ ਤੁਹਾਡੀ ਜਿਹੜੀ ਹੈਗੀ ਕੀ ਕਹਿ ਰਹੀ ਹੈ ਵੇਖ ਲਓ। ਇਹਦੇ ਉੱਤੇ ਪਹਿਲੀ ਗੱਲ ਤਾਂ ਇਹ, ਥੈਂਕ ਯੂ ਤੁਹਾਡੇ ਸੁਜੈਸ਼ਨ ਵਾਸਤੇ। ਬੇਸਿਕਲੀ ਜਿਹੜੀ NGO ਤਾਂ ਕਾਰਪੋਰੇਟ ਕੰਪਨੀ ਆ ਨਾ, ਇਹਨਾਂ ਦੇ ਮੇਨਲੀ ਜਿਹੜਾ ਫਰਕ ਰਹੇਗਾ ਨਾ ਉਹ ਇਹੀ ਰਹਿੰਦਾ ਹੈ। ਦੇਖੋ, ਕਾਰਪੋਰੇਟ ਜਿਹੜੀ ਕੰਪਨੀਆਂ ਹੁੰਦੀਆਂ ਨਾ, ਉਹਨਾਂ ਵਿੱਚ ਵੀ ਬੋਰਡ ਆਫ ਡਾਇਰੈਕਟਰਸ ਹੁੰਦੇ ਆ, ਠੀਕ ਹੈ ਜੀ। ਉਹਨਾਂ ਦੇ ਅੱਗੇ ਫਿਰ CEO ਰੱਖੇ ਹੁੰਦੇ ਆ, ਅੱਗੇ ਹੈ ਨਾ ਮਾਰਕੀਟਿੰਗ ਦੇ ਬੰਦੇ ਹੁੰਦੇ ਆ। ਸਿਰਫ ਜਿਹੜੇ ਬੋਰਡ ਆਫ ਡਾਇਰੈਕਟਰਸ ਦਾ ਉੱਥੇ ਬੋਰਡ ਆਫ ਡਾਇਰੈਕਟਰ ਜਿਹੜੇ ਕਾਰਪੋਰੇਟ ਦੇ ਵਿੱਚ ਜਾਂ ਕੰਪਨੀਆਂ ਦੇ ਵਿੱਚ ਹੁੰਦੇ ਆ, ਉਹਨਾਂ ਦੇ ਮੋਟਿਵ ਦੇ ਵਿੱਚ ਤਾਂ NGO ਦੇ ਵਿੱਚ ਜਿਹੜੇ ਬੋਰਡ ਆਫ ਡਾਇਰੈਕਟਰ ਹੁੰਦੇ, ਉਹਨਾਂ ਦੇ ਦੋਨਾਂ ਦੇ ਮੋਟਿਵ ਦੇ ਵਿੱਚ ਫਰਕ ਹੁੰਦਾ ਆ, ਠੀਕ ਹੈ ਜੀ। ਜਿਹੜੇ ਹੁੰਦੇ ਕੰਪਨੀਆਂ ਦੇ ਬੋਰਡ ਆਫ ਡਾਇਰੈਕਟਰ, ਉਹਨਾਂ ਦਾ ਮੋਟਿਵ ਹੁੰਦਾ ਹੈ ਵੀ ਅਸੀਂ ਵੱਧ ਤੋਂ ਵੱਧ ਕੰਪਨੀ ਨੂੰ ਪ੍ਰੋਫਿਟ ਕਮਾ ਕੇ ਦਈਏ, ਠੀਕ ਹੈ, ਤਾਂ ਕਿ ਅਲਟੀਮੇਟਲੀ ਉਹਨਾਂ ਨੂੰ ਪੈਸੇ ਵੱਧ ਮਿਲਣ, ਕਿਉਂਕਿ ਉਹਨਾਂ ਦੇ ਸ਼ੇਅਰ ਹੁੰਦੇ ਆ, ਹੈ ਨਾ, ਉਹਨਾਂ ਦੀ ਜਿਹੜੀ ਸੈਲਰੀ ਹੁੰਦੀ ਆ ਉਹ ਪ੍ਰੋਫਿਟ ਦੇ ਨਾਲ ਲਿੰਕ ਹੁੰਦੀ ਆ, ਠੀਕ ਹੈ ਜੀ। ਇਸ ਕਰਕੇ ਉਹ ਪ੍ਰੋਪਰ ਬਹੁਤ ਸਿੰਸੀਅਰਲੀ ਹਰੇਕ ਚੀਜ਼ ਨੂੰ ਕੰਮ ਕਰਦੇ ਆ। ਜਿੱਦਾਂ ਤੁਸੀਂ ਦੱਸਿਆ ਵੀ ਉਹ ਮਾਰਕੀਟਿੰਗ ਵਾਲਿਆਂ ਨੂੰ ਪ੍ਰੋਪਰ ਉਹ ਟਰੈਕ ਕਰਦੇ ਆ। NGO ਦੇ ਵਿੱਚ ਜਿਹੜਾ ਉਹ ਬੋਰਡ ਆਫ ਡਾਇਰੈਕਟਰ ਦਾ ਮੋਟਿਵ ਡਿਫਰੈਂਟ ਹੁੰਦਾ ਆ। ਉਹਨਾਂ ਦਾ ਮੇਨ ਮੋਟਿਵ ਹੁੰਦਾ ਆ ਸੋਸ਼ਲ, ਹੈ ਨਾ, ਵੈਲਫੇਅਰ ਕਰਨੀ, ਔਰ ਜਿਹੜਾ ਵੀ ਉਹ ਆਪਣਾ ਪਰਪਸ ਲੈ ਕੇ ਚੱਲੇ ਹੋਏ ਨੇ ਉਹਨੂੰ ਆਪਾਂ ਫੁੱਲਫਿਲ ਕਰੀਏ। ਠੀਕ ਹੈ, ਬਟ ਮੈਂ ਇਹ ਸੋਚ ਰਿਹਾ ਸੀਗਾ ਵੀ ਜਦੋਂ ਆਪਾਂ ਚੰਗੀ ਇੱਕ ਪ੍ਰੋਫੈਸ਼ਨਲੀ ਕੰਪੀਟੀਸ਼ਨ 'ਚ ਆਉਣਾ ਜਾਂ ਕੰਮ ਕਰਨਾ ਹੈ, ਬੜੇ ਵਧੀਆ ਤਰੀਕੇ ਨਾਲ ਦੂਰ ਤੱਕ ਮੈਸੇਜ ਲੈ ਕੇ ਜਾਣਾ ਹੈ, ਤਾਂ ਉਹਨਾਂ ਦਾ ਤਰੀਕਾ ਤੇ NGO ਦੇ ਤਰੀਕੇ 'ਚ ਇਹੀ ਡਿਫਰੈਂਸ ਆ ਵੀ NGO ਦਾ ਕੰਮ ਢਿੱਲਾ ਹੁੰਦਾ ਹੈ, ਥੋੜਾ ਜਿਹਾ ਖਿਲਰਿਆ ਹੋਇਆ ਹੁੰਦਾ ਹੈ, ਜਾਂ ਫਿਰ ਇੱਕ ਥੋੜਾ ਜਿਹਾ ਆਪਾਂ ਕਹਿੰਦੇ ਵੀ ਸਪੇਅਰ ਟਾਈਮ ਹੁੰਦਾ ਨਾ ਜੋਬ, ਜਿਵੇਂ ਅਸੀਂ ਆਪਾਂ ਮੇਨ ਕੰਮ ਹੋਰ ਕਰਦੇ ਹਾਂ, ਸਪੇਅਰ ਟਾਈਮ ਆ। ਬਟ ਉਹ ਜਿਹੜਾ ਹੈਗਾ ਦੂਜਾ ਹੈਗਾ ਕੰਪਨੀ ਦੇ ਅੰਡਰ, ਉਹ ਪ੍ਰੋਫੈਸ਼ਨਲ, ਉਹਦੀ ਸਪੀਡ ਬਹੁਤ ਹੁੰਦੀ ਹੈ ਤੇ ਉਹ ਟਾਰਗੇਟਡ ਆ ਤੇ ਅਚੀਵਮੈਂਟਸ ਜ਼ਿਆਦਾ ਹੁੰਦੀਆਂ, ਤੇ ਉਹਦੇ ਵਿੱਚ ਅਸੀਂ ਕੱਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਉਹੀ ਇਹਨਾਂ ਨਾਲ ਕੰਪੀਟੀਸ਼ਨ ਦੇ ਸਕਦਾ, ਜਿਵੇਂ ਦੂਜੇ ਪਾਸੇ ਇਹਨਾਂ ਜਾਲ ਫੈਲਿਆ ਹੋਇਆ ਹੈਗਾ। ਤੇ NGO ਵਾਲਾ ਮੁੜ ਕੇ ਫਿਰ ਆਪਾਂ ਨੂੰ ਹੋ ਸਕਦਾ ਵੀ ਮੁੜ ਕੇ ਇਹ ਸੋਚਣਾ ਪਵੇ ਵੀ ਜਿਹੜਾ ਅਸੀਂ ਸੋਚਿਆ ਸੀਗਾ ਉਹ ਸਾਨੂੰ ਪ੍ਰਾਪਤੀ ਨਹੀਂ ਹੋਏਗੀ।
ਕਿਉਂਕਿ ਹਰ ਐਨਜੀਓ ਦੀ ਇਹੀ ਸਮੱਸਿਆ ਆ ਰਹੀ ਹੈਗੀ ਹੈ ਵੀ ਉਹ ਜਦੋਂ ਆਪਾਂ ਕਹਿੰਦੇ ਨਾ ਵੀ ਇੱਕ ਦਾਇਰੇ ਤੱਕ ਹੀ ਸਿਮਟ ਕੇ ਰਹਿ ਜਾਂਦਾ ਸਾਰਾ ਕੁਝ ਉਹਦੇ 'ਚ। ਤੇ ਇਹਦੇ 'ਚ ਕੀ ਹੈ ਇਹ ਹਾਂਜੀ ਉਹ ਪਤਾ ਕੀ ਹੈ, ਦੇਖੋ ਜੋ ਕੰਪਨੀ ਵੀ ਜਿਹੜੀ ਹੁੰਦੀ ਨਾ ਉਹ ਵੀ ਐਜ਼ ਗੁੱਡ ਐਜ਼ ਉਹਨਾਂ ਦੇ ਲੀਡਰਸ ਦੇ ਹੁੰਦੀ ਆ। ਜਿੱਦਾਂ ਦੀ ਉਸ ਕੰਪਨੀ ਦੇ ਲੀਡਰਸ ਨੇ ਨਾ ਉਨੀ ਹੀ ਕੰਪਨੀ ਵਧੀਆ ਹੋਏਗੀ। ਸਿਮਿਲਰਲੀ ਐਨਜੀਓ ਦਾ ਵੀ ਜੇ ਉਹਦੇ ਬੋਰਡ ਆਫ ਡਾਇਰੈਕਟਰਸ ਦਾ ਮੋਟਿਵ ਉਹ ਕਮਿਟਡ ਨੇ ਨਾ ਪਰਪਸ ਵਾਸਤੇ ਵੀ ਹਾਂਜੀ ਅਸੀਂ ਇਹ ਕਰਨਾ ਆ, ਉਹ ਆਪਣੀ ਕਮਿਟਮੈਂਟ ਸ਼ੋ ਕਰ ਰਹੇ ਨੇ, ਉਹਨਾਂ ਨੂੰ ਇਸ ਚੀਜ਼ ਦਾ ਹਨਾ ਉਹਨਾਂ ਦਾ ਪੂਰਾ ਮੋਟਿਵ ਪਿਓਰ ਹੈਗਾ ਆ, ਤਾਂ ਉਹ ਜੇ ਉਹ ਕਮਿਟਮੈਂਟ ਪੂਰੀ ਸ਼ੋ ਕਰ ਰਹੇ ਨੇ ਤਾਂ ਐਨਜੀਓ ਦੇ ਵਿੱਚ ਵੀ ਆਪਾਂ ਉਹ ਸਾਰਾ ਕੁਝ ਕਰ ਸਕਦੇ ਹਾਂ। ਜਿਹੜੀ ਪ੍ਰੋਫੈਸ਼ਨਲੀ ਕਰਨ ਦੀ ਨਾ, ਹੁਣ ਜਿੱਦਾਂ ਆਪਾਂ ਮਾਰਕੀਟਿੰਗ ਵਾਸਤੇ ਜੇ ਕਿਸੇ ਬੰਦੇ ਨੂੰ ਹਾਇਰ ਕਰਦੇ ਹਾਂ, ਠੀਕ ਹੈ ਜੀ, ਉਹ ਕੀ ਕਰੇਗਾ, ਉਹ ਸਾਰਾ ਕੁਝ ਆਪ ਨਹੀਂ ਕਰੇਗਾ, ਉਹ ਇੱਕ ਥਰਡ ਕੰਪਨੀ ਇੱਕ ਹੋਰ ਹੈਗੀ ਜਿਹੜੀ ਕਿ ਮਾਰਕੀਟਿੰਗ ਸਪੈਸ਼ਲਾਈਜੇਸ਼ਨ ਆ ਉਹਨਾਂ ਦੀ, ਠੀਕ ਹੈ ਜੀ, ਉਹ ਉਹਨੂੰ ਅੱਗੇ ਆਪਾਂ ਦੇ ਸਕਦੇ ਹਾਂ ਕੰਮ, ਠੀਕ ਹੈ ਜੀ। ਜਿਹੜੀ ਥਰਡ ਕੰਪਨੀ ਇੱਕ ਹੁੰਦੀ ਆ ਜਿਹੜਾ ਕੰਮ ਕੀ ਆ, ਫੇਸਬੁੱਕ ਦੇ ਉੱਤੇ ਐਡ ਚਲਾਉਣੀ ਜਾਂ ਫਿਰ ਯੂਟਿਊਬ ਦੇ ਉੱਤੇ ਚਲਾਉਣੀ, ਬਾਕੀ ਸਾਰਾ ਕੁਝ ਜਿਹੜੀਆਂ ਕਿ ਬਾਕੀ ਕੰਪਨੀਆਂ ਵੀ ਇਹੀ ਕਰਦੀਆਂ। ਕੰਪਨੀਆਂ ਦੇ ਵਿੱਚ ਵੀ ਮਾਰਕੀਟਿੰਗ ਮੈਨੇਜਰ ਜਿਹੜਾ ਹੁੰਦਾ ਨਾ ਜੀ, ਉਹ ਨਹੀਂ ਸਾਰਾ ਕੁਝ ਕਰਦਾ, ਉਹਨਾਂ ਨੇ ਅੱਗੇ ਇੱਕ ਥਰਡ ਕੰਪਨੀ ਹਾਇਰ ਕੀਤੀ ਹੁੰਦੀ ਆ ਜਿਹੜਾ ਇਹ ਕੰਮ ਕਰਦੀ ਆ। ਐਂਡ ਐਜ਼ ਐਨਜੀਓ ਦਾ ਜਿਹੜਾ ਵੀ ਮਾਰਕੀਟਿੰਗ ਮੈਨੇਜਰ ਹੋਏਗਾ ਉਹ ਵੀ ਉਸ ਕੰਪਨੀ ਨੂੰ ਅਪਰੋਚ ਕਰ ਸਕਦਾ ਜਿਹੜੀ ਕਿ ਪ੍ਰੋਫੈਸ਼ਨਲੀ ਮਾਰਕੀਟਿੰਗ ਕਰਦੀ ਹੈ। ਸਮਝ ਗਿਆ ਮੈਂ ਸਮਝ ਗਿਆ। ਐਕਚੁਅਲੀ ਮੇਰਾ ਇਹ ਕਹਿਣ ਦਾ ਮਕਸਦ ਸੀ ਵੀ ਜਿਵੇਂ ਫੈਪਰੋ ਦਾ ਹੀ ਇੱਕ ਸੈੱਲ ਨਹੀਂ ਬਣਾਇਆ ਜਾ ਸਕਦਾ ਇਹਨੂੰ ਐਕੂਰੇਟ ਰੱਖਣ ਵਾਸਤੇ, ਸੰਗਠਿਤ ਇੱਕ ਥੋੜਾ ਜਿਹਾ ਵਧੀਆ ਤਰੀਕੇ ਨਾਲ, ਕਿੱਥੇ ਆਪਾਂ ਉਹ ਐਨਜੀਓ ਬਣਾਵਾਂਗੇ, ਐਨਜੀਓ ਦੇ ਅੰਡਰ ਫੇਰ ਆਪਾਂ ਉਹਦੇ ਲੱਭਾਂਗੇ ਬੰਦੇ ਕਿਹੜੇ ਕਰਨਗੇ ਤੇ ਉਹਦੇ ਨਾਲ ਖਲਾਰਾ ਤਾਂ ਵਧੂਗਾ ਹੀ, ਬਟ ਕੰਮ ਦੀ ਜਿਹੜੀ ਕੁਆਲਿਟੀ ਹੈਗੀ ਹੈ, ਜਿਵੇਂ ਹੁਣ ਮੈਂ ਦੇਖਿਆ ਵੀ ਜਿੰਨਾ ਕੁ ਮੈਨੂੰ ਹੁਣ ਤੱਕ ਦਾ ਨੌਲੇਜ ਹੈ ਵੀ ਆਪਣਾ ਜਿਹੜਾ ਹੈਗਾ ਪ੍ਰੋਸੈਸਿੰਗ ਦਾ, ਮਾਰਕੀਟਿੰਗ ਦਾ ਬਹੁਤ ਵਧੀਆ ਹੈ, ਪੈਦਾਵਾਰ ਦਾ ਤਾਂ ਮਾਡਲ ਦਾ ਜਵਾਬ ਹੀ ਹੈ ਨਹੀਂ ਕੋਈ ਹੋਰ। ਹਾਂਜੀ ਜੇ ਇਹ ਥੋੜਾ ਜਿਹਾ ਆਪਾਂ ਕਹਿੰਦੇ ਨਾ ਹਾਇਰ ਕਰਨਾ, ਚਲੋ ਆਪਾਂ ਨੂੰ ਜਾਂ ਕੋਈ ਦਿੱਕਤ ਆ, ਇਹ ਇੱਕ ਫੈਪਰੋ ਦੀ ਹੀ ਬ੍ਰਾਂਚ ਦੇ ਰੂਪ ਚ ਆਪਾਂ ਸੈੱਲ ਬਣਾ ਕੇ ਦੇਖੀਏ ਤਾਂ ਉਹ ਜ਼ਿਆਦਾ ਬਿਹਤਰ ਹੋਏਗਾ, ਕਿਉਂਕਿ ਡਾਇਰੈਕਟ ਜਵਾਬਦੇਹੀ ਹੁੰਦੀ ਉਹਦੀ। ਦੂਸਰੀ ਗੱਲ ਹੈ ਬਿਨਾਂ ਪੇਮੈਂਟ ਤੋਂ, ਬਿਨਾਂ ਖਰਚਿਆਂ ਤੋਂ, ਬਿਨਾਂ ਡਾਇਰੈਕਟ ਦੇ ਨਾ ਕੀ ਹੋ ਰਿਹਾ ਅੱਜ, ਜਿੰਨੀਆਂ ਅਸੀਂ ਕੰਮ ਸ਼ੁਰੂ ਕੀਤੇ ਉਹ ਵਾਪਸ ਉਹਨਾਂ ਤੇ ਹੀ ਆ ਗਏ, ਜਿਹੜੇ ਤੁਸੀਂ ਕਹਿੰਦੇ ਹੋ ਜਿਹੜੇ ਟੀਮ ਲੀਡਰ ਜਿੰਨੇ ਵਧੀਆ ਹੋਣਗੇ। ਜਿਵੇਂ ਮੰਨ ਲਓ ਮੈਂ ਕੋਈ ਕੰਮ ਸ਼ੁਰੂ ਕੀਤਾ, ਉਹ 10-15 ਸਾਲਾਂ ਚ ਘੁੰਮ ਕੇ ਮੇਰੇ ਤੇ ਹੀ ਆ ਗਿਆ ਵੀ ਜੇ ਮੈਂ ਚਲਾਉਣਾ ਚਾਹੁੰਦਾ ਤਾਂ ਮੇਰੀ ਪੋਟੈਂਸ਼ੀਅਲ ਮੰਗ ਰਿਹਾ ਹੈਗਾ, ਦੂਸਰੇ ਬੰਦੇ ਹੌਲੀ ਵਿੱਚ ਸਾਇਲੈਂਟ ਜਾਂ ਸਲੀਪਰ ਜਾਂ ਕੁਛ ਨਾ ਕੁਛ ਹੋਰ ਬਹਾਨੇ ਬਾਜ਼ੀਆਂ ਜਾਂ ਕੋਈ ਹੋਰ ਗੜਬੜਾਂ ਹੋ ਗਈਆਂ। ਤਾਂ ਇਸ ਤਰ੍ਹਾਂ ਨਾਲ ਐਨਜੀਓ ਦੇ ਨਾਲ ਨਾ ਕੀ ਹੁੰਦਾ ਹੈਗਾ, ਉਹ ਸਲੋ ਡਾਊਨ ਜਿਹਾ ਹੋ ਜਾਂਦਾ ਸਾਰਾ ਸਿਸਟਮ, ਤੇ ਇੱਕ ਪ੍ਰੋਫੈਸ਼ਨਲ ਨਹੀਂ ਰਹਿੰਦਾ ਜਿਵੇਂ ਅਸੀਂ ਇਹਨੂੰ ਲਿਆਉਣਾ ਚਾਹੁੰਦੇ ਹਾਂ ਬਹੁਤ ਵੱਡੇ ਪੱਧਰ ਤੇ ਬਹੁਤ ਵਧੀਆ ਤਰੀਕੇ ਦੇ ਨਾਲ। ਤੇ ਮੈਨੂੰ ਇਹ ਸੀਗਾ ਅੱਗੇ ਚਲੀਏ ਆਪਾਂ ਅਧਿਆਪਕ ਜੀ। ਹਾਂਜੀ ਮੇਰਾ ਸੁਝਾਅ ਹੈ, ਬਿਲਕੁਲ ਸੁਝਾਅ ਹੈ, ਬਿਲਕੁਲ ਹਾਂਜੀ ਵੀ ਮੈਂ ਉਹ ਸੁਝਾਅ ਦੇ ਰਿਹਾ ਮੈਂ, ਕਿਉਂਕਿ ਮੈਂ ਹਾਂਜੀ ਨਹੀਂ ਸੁਝਾਅ ਤੁਹਾਡਾ ਵੈਲਕਮ ਆ। ਬਾਕੀ ਤੁਸੀਂ ਜਿਵੇਂ ਫਾਈਨਲ ਜਿਹੜਾ ਹੋਊਗਾ ਸਾਰਿਆਂ ਦੀ ਰਹਿਣਾ ਹੋਏਗਾ। ਬਿਲਕੁਲ ਆਪਾਂ ਸੁਝਾਅ ਹੀ ਲੈਂਦੇ ਜਾਈਏ, ਮੈਂ ਵੀ ਇਹੀ ਚਾਹੁੰਦਾ ਸੀਗਾ, ਫਿਰ ਆਪਾਂ ਬਾਅਦ ਦੇ ਵਿੱਚ ਇਹ ਗੱਲ ਕਰ ਲਾਂਗੇ ਦੂਜੇ, ਕਿਉਂਕਿ ਵਿੱਚੋਂ ਨਿਕਲਿਆ ਹੋਈ ਗੱਲ ਵਿੱਚੋਂ। ਅਮਰਜੀਤ ਸਿੰਘ ਜੀ ਛੀਨੀਵਾਲ। ਹਾਂਜੀ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਚਲੋ ਅੱਜ ਗੱਲ ਚੱਲੀ ਆ, ਜਿਵੇਂ ਮੈਂ ਸੁਣਦਾ ਸੀ ਵੀ ਰਜਿਸਟ੍ਰੇਸ਼ਨ ਦੀ ਜਾਂ ਉਹਨੂੰ ਕਿਵੇਂ ਆਪਾਂ ਅੱਗੇ ਕਿਵੇਂ ਲੈ ਕੇ ਜਾਣਾ, ਹਨਾ, ਜਿਵੇਂ ਆਪਾਂ FP ਚਲੋ ਜਾਂ ਆਪਣੇ ਉਹ ਆਲਰੇਡੀ ਆਲ ਓਵਰ ਇੰਡੀਆ ਚ 5-7 ਹਜ਼ਾਰ ਰਜਿਸਟਰ ਹੋਇਆ, ਜਿਵੇਂ ਆਪਾਂ ਉਹਨੂੰ ਫੈਪਰੋ ਦਾ ਨਾਂ ਦਿੱਤਾ, ਇਹ ਕਾਈਂਡ ਆਫ ਬੇਸਿਕਲੀ ਕੋਆਪਰੇਟਿਵ ਸੁਸਾਇਟੀ ਨੇ। ਉਹਨੂੰ ਜਾਂ ਕਿਵੇਂ ਵੀ ਉਹਦਾ ਜਿਹੜਾ ਅੱਗੇ ਡਾਊਨ ਦਾ ਲਾਈਨ ਇੰਪਲੀਮੈਂਟੇਸ਼ਨ ਹੈ ਜਾਂ ਉਹਦੀ ਵਰਕਿੰਗ ਹੈ, ਉਹਦੀ ਜਿਹੜੀ ਟਰਾਂਸਪੇਰੈਂਸੀ ਹੈ ਜਾਂ ਉਹਦਾ ਸੈਟਅਪ ਅਸੀਂ ਕਿਸ ਤਰ੍ਹਾਂ ਕੀਤਾ ਨਾ, ਉਹਦੇ ਬੇਸ ਤੇ ਚੱਲਣਾ। ਕਿਉਂਕਿ ਆਲਰੇਡੀ ਜਿਹੜਾ ਕੰਪਨੀ ਸਿਸਟਮ ਸਾਡੇ ਆਲਰੇਡੀ ਕਹਿ ਲਓ ਗੱਲ ਜਿਹੜੇ CSR ਆਰਗੇਨਾਈਜੇਸ਼ਨ ਹੈ ਉਹ ਆਲਰੇਡੀ ਚੱਲ ਵੀ ਰਹੀਆਂ ਨੇ। ਇਹ ਤਾਂ ਜਿਹੜੀ ਕਹਿ ਲਓ ਸਾਡੀ ਜਿਹੜੇ ਸੈਟਅਪ ਚਲਾਉਣਾ, ਹਨਾ, ਸਾਡੀ ਜਿਹੜਾ ਮਨਸ਼ਾ ਕੀ ਆ ਉਹਦੇ ਚੋਂ, ਹਨਾ, ਮੇਨ ਤਾਂ ਉਹ ਚੀਜ਼ ਉਹਨੂੰ ਅੱਗੇ ਲੈ ਕੇ ਜਾਂਦੀ ਆ ਵੀ ਸਾਡੀ ਮਨਸ਼ਾ ਕੀ ਆ ਉਹਦੇ ਚੋਂ, ਵੀ ਪ੍ਰੋਫਿਟ ਕਮਾਉਣਾ, ਸਮਾਜ ਸੇਵਾ ਕਰਨੀ ਆ, ਲੋਕਾਂ ਨੂੰ ਸੇਧ ਦੇਣੀ ਆ, ਨੋ ਪ੍ਰੋਫਿਟ ਨੋ ਲੋਸ ਤੇ ਰੱਖਣਾ, ਉਹ ਸਾਰੀਆਂ ਚੀਜ਼ਾਂ ਉਹਦੇ ਤੇ ਡਿਪੈਂਡ ਕਰਦੀਆਂ ਨੇ। ਜਾਂ ਜਿਵੇਂ ਆਪਾਂ ਇਹਦੀ ਗੱਲ ਕਰ ਰਹੇ NGO ਜਾਂ ਹੋਰ ਚੀਜ਼, ਕਿਉਂਕਿ ਬੇਸਿਕਲੀ ਇਹ ਸਾਰਾ ਤੁਹਾਡਾ ਜਿਹੜਾ ਰਜਿਸਟਰ ਹੋਣਾ ਉਹ ਜਿਹੜਾ ਸਿਸਟਮ ਦੇ ਅੰਡਰ ਹੀ ਜਾਂ ਤੁਸੀਂ ਸਰਕਾਰ ਦੇ ਅੰਡਰ ਹੀ ਰਜਿਸਟਰ ਹੋਣਾ, ਜਿਹੜਾ ਕੁਛ ਹੋਣਾ, ਚਾਹੇ ਉਹ ਕੰਪਨੀ ਹੈਗੀ ਆ, ਚਾਹੇ ਤੁਹਾਡਾ NGO ਦੀ ਗੱਲ ਕਰਦੇ ਆਪਾਂ। ਕਿਉਂਕਿ NGO ਤਾਂ ਬੇਸਿਕਲੀ ਜੇ ਤੁਸੀਂ NGO ਦਾ ਕੰਸੈਪਟ ਦੇਖੋਗੇ ਨਾ ਸਟਾਰਟਿੰਗ 'ਚ, ਖਾਸ ਕਰਕੇ ਜਿਵੇਂ ਇੰਡੀਆ ਜਾਂ ਹੋਰ ਕੰਟਰੀਆਂ 'ਚ, ਇੰਡੀਆ ਦੀ ਮੈਂ ਗੱਲ ਕਰ ਦੂੰਗਾ,
ਇੰਡੀਆ 'ਚ ਨਾ ਇੱਕ ਜਿਹੜਾ ਕਾਰਪੋਰੇਟ ਸੈਕਟਰ ਹੈਗਾ ਉਹਦੀ ਇੱਕ ਗਵਰਨਮੈਂਟ ਵੱਲੋਂ ਹੈਗਾ ਵੀ ਜਿਹੜਾ CSR ਹੁੰਦਾ, ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ, 2% ਜਿਹੜਾ ਉਹਨਾਂ ਦਾ ਕੰਪਨੀ ਦਾ ਪ੍ਰੋਫਿਟ ਹੁੰਦਾ ਉਹਨਾਂ ਦਾ ਸਮਾਜਿਕ ਕੰਮਾਂ ਤੇ ਲਾਉਣਾ ਹੁੰਦਾ ਉਹਨਾਂ ਨੇ। ਉਹਦੇ ਲਈ ਜਿਹੜੀਆਂ ਕੰਪਨੀਆਂ ਨੇ ਇਹਨਾਂ ਨੇ ਆਪਦੀ NGO ਵਗੈਰਾ ਬਣਾਏ ਹੋਏ ਨੇ। ਉਹ ਕੀ ਹੁੰਦਾ, ਉਹ ਹੈਗਾ ਤਾਂ ਕਾਨੂੰਨ 'ਚ ਆਇਆ ਵੀ 2% ਕੰਮਾਂ ਤੇ ਲਾਉਣਾ ਹੁੰਦਾ ਗਾ। ਉਹ ਬੇਸਿਕਲੀ ਉਹ ਟੈਕਸ ਬਚਾਉਂਦੇ ਆ ਇਹ ਚੀਜ਼ ਲਈ ਜ਼ਿਆਦਾ। ਤੇ ਈਵਨ ਇੰਡੀਆ ਦੇ ਵਿੱਚ ਜਿਹੜੇ NGO ਰਜਿਸਟਰ ਤਾਂ ਬਹੁਤ ਨੇ, ਲੱਖਾਂ NGO ਹੋਊਗਾ। ਉਹਦੇ 'ਚੋਂ ਕੋਈ ਪਿੱਛੇ 2 ਸਾਲ ਪਹਿਲਾਂ ਹਾਈ ਕੋਰਟ ਨੇ ਕਈ ਹਜ਼ਾਰਾਂ NGO ਬੰਦ ਵੀ ਕੀਤੇ ਸੀ, ਉਹ ਵੀ ਫੇਕ ਨੇ। ਇਹ ਕਹਿ ਲਓ ਗੱਲ ਵੀ ਇਹ ਨਾਂ ਦੇ ਹੀ ਹੈਗੇ, ਫਿਰ ਕੰਮ ਪਿੱਛੇ ਹੋਰ ਕੁਝ ਚੱਲੀ ਜਾਂਦਾ ਇਹਨਾਂ ਦਾ। ਮੇਨ ਤਾਂ ਜਿਹੜੀ ਆਪਾਂ ਗੱਲਬਾਤ ਚੱਲ ਰਹੀ ਹੈ ਨਾ, ਇਹ ਸਾਡੀ ਜਿਹੜੀ ਪਿੱਛੇ ਜਿਹੜੀ ਮਾਨਸਿਕਤਾ ਕੰਮ ਕਰਦੀ ਹੈ ਵੀ ਜਿੰਨਾ ਚਿਰ ਸਾਡੀ ਉਹ ਸਪਸ਼ਟ ਨਹੀਂ ਹੁੰਦੀ ਵੀ ਅਸੀਂ ਕਰਨਾ ਕੀ ਚਾਹੁੰਦੇ ਹਾਂ ਨਾ, ਉਹ ਤਾਂ ਫੇਰ ਚਾਹੇ ਤੁਸੀਂ ਕੰਪਨੀ ਬਣਾ ਲਓ ਚਾਹੇ NGO ਬਣਾ ਲਓ, ਉਹ ਤਾਂ ਚੱਲ ਹੀ ਪੈਣਾ, ਉਹਦੇ 'ਚ ਕੋਈ ਦਿੱਕਤ ਨਹੀਂ ਆਉਣੀ ਹੈ ਨਾ। ਗੱਲ ਮੇਨ ਤਾਂ ਤੁਹਾਡੀ ਡੈਡੀਕੇਸ਼ਨ ਆ ਜਾਂ ਮਾਨਸਿਕਤਾ ਸਾਡੀ ਵੀ ਅਸੀਂ ਉਹਦੇ 'ਚੋਂ ਕੱਢਣਾ ਕੀ ਚਾਹੁੰਦੇ ਹਾਂ ਨਾ। ਐਂਡ ਰਿਜ਼ਲਟ ਸਾਡਾ ਬੰਦੇ ਡੈਡੀਕੇਟਡ ਹੈਗੇ ਆ, 10 ਆ 20 ਆ 50 100 ਆ ਜਿਹੜੇ ਲੀਡ ਕਰਨ ਵਾਲੇ ਆ, ਵੀ ਡਾਊਨ ਦਾ ਲਾਈਨ ਸਾਨੂੰ ਵਲੰਟੀਅਰ ਮਿਲਦੇ ਆ, ਕੀ ਮਿਲਦੇ ਆ। ਵੀ ਮੇਨ ਤਾਂ ਪਰਪਸ ਉਹਦਾ ਕੀ ਆ, ਉਹ ਡਿਪੈਂਡ ਕਰਦਾ ਵੀ ਤੁਸੀਂ ਰਜਿਸਟ੍ਰੇਸ਼ਨ ਕਿਹਦੇ ਅੰਡਰ ਕਰਦੇ ਹੋ ਕਿਹਦੇ ਨਹੀਂ, ਉਹ ਡਜ਼ਨਟ ਮੈਟਰ। ਉਹ ਵੀ ਕੋਈ ਜ਼ਿਆਦਾ ਮਤਲਬ ਕਿ ਉਹਦਾ ਕੋਈ ਫਰਕ ਨਹੀਂ ਪੈਣਾ ਗੱਲ, ਜਿੱਥੋਂ ਤੱਕ ਮੇਰੀ ਸਮਝ ਹੈ ਗੱਲ। ਅੱਗੇ ਚਲੋ। ਹਾਂਜੀ, ਅੱਗੇ ਜੋਤੀ ਸ਼ਰਮਾ ਜੀ। हाँ जी, मैं सुन रही। आहो जी, मैं एक्चुअली आई डोंट नो ਤੁਸੀਂ ਸਾਰਿਆਂ ਨੂੰ ਮਾਲੂਮ ਹੈਗਾ ਕਿ ਨਹੀਂ ਕਿ ਮੇਰਾ ਵੀ ਪਿਛਲੇ 2004 ਤੋਂ ਇਹ NGO ਚੱਲਦਾ ਪਿਆ ਹੈ ਤੇ ਥੋੜਾ ਐਕਸਪੀਰੀਅੰਸ ਮੈਨੂੰ ਵੀ NGOs ਦਾ ਹੋ ਗਿਆ ਹੈ ਤੇ ਮੈਂ ਆਪਣੇ ਐਕਸਪੀਰੀਅੰਸਸ ਤੁਹਾਡੇ ਨਾਲ ਸ਼ੇਅਰ ਕਰ ਲੈਂਦੀ ਹਾਂ ਫਿਰ ਤਾਂ ਕਿ ਤੁਸੀਂ ਆਪਣਾ ਡਿਸੀਜਨ ਜਿਹੜਾ ਹੈ ਉਹਦੇ ਮੁਤਾਬਿਕ ਲੈ ਸਕੋ। ਗੱਲ ਸਾਰੀ ਆ ਜਾਂਦੀ ਹੈ ਪੈਸੇ ਤੇ। ਦੇਖੋ ਜਦ ਤੱਕ ਜਿੱਦਾਂ ਅਵਤਾਰ ਸਿੰਘ ਜੀ ਹੋ ਗਏ, ਡਾਕਟਰ ਵਿਸ਼ਿਸ਼ਟ ਹੋ ਗਏ, ਤੁਸੀਂ ਸਾਰੇ ਹੋ ਗਏ, ਤੁਸੀਂ ਬਿਲਕੁਲ ਕਮਿਟਡ ਇਸ ਕਾਜ਼ ਨੂੰ ਤੇ ਇਸ ਕਾਰਨ ਤੁਸੀਂ ਨਾ ਆਪਣੀ ਪਰਸਨਲ ਕਨਵੀਨੀਅੰਸ ਦੇਖਦੇ ਹੋ ਨਾ ਆਪਣੀ ਜੇਬ ਤੋਂ ਖਰਚਾ ਹੁੰਦੇ ਹੋਏ ਦੇਖਦੇ, ਤੁਸੀਂ ਰਲ ਮਿਲ ਕੇ ਇਸ ਗੱਲ ਨੂੰ ਇਸ ਫਗਵਾੜਾ ਗੁੱਡ ਗ੍ਰੋਥ ਸਿਸਟਮ ਦੇ ਬਾਰੇ ਚ ਲੋਕਾਂ ਨੂੰ ਦੱਸ ਰਹੇ ਹੋ। ਪਰ ਉਹਨੂੰ ਮਾਸ ਲੈਵਲ ਤੱਕ ਲਿਜਾਣ ਲਈ ਤੁਹਾਨੂੰ ਉਹਨੂੰ ਪ੍ਰੋਫੈਸ਼ਨਲਾਈਜ਼ ਕਰਨਾ ਪਊਗਾ, ਉਹਨੂੰ ਹੋਰ ਲੋਕਾਂ ਨੂੰ ਆਪਣੇ ਨਾਲ जोड़ना होएगा ताकि वो भी इस बारे में लोगों को दस सकें। तो अब तो उसको करने के लिए आपके पास जो ऑप्शंस हैं, एक ऑप्शन डेफिनेटली NGO का है। जैसे अभी करण ने बहुत ही वधिया उन्हें डॉक्यूमेंट बनाया है ते बहुत सोच समझ के उन्हें सब सारा उन्हें तो ਤੁਹਾਨੂੰ एक पूरा जिदा कहना ना ब्लूप्रिंट बना के देता है। ਤੁਸੀਂ ਡੈਫੀਨਿਟਲੀ ਉਹ ਕਰ ਸਕਦੇ ਹੋ। NGO ਦਾ ਜੇ ਮੇਰਾ एक्सपीरियंस है, मैं NGO के फायदे क्या हैं? एक तो ये है कि उसमें जो भी आप अगर इनकम टैक्स में रजिस्टर करते हैं तो उसमें जो भी फंड्स रजिस्टर होते हैं वो टैक्स फ्री हो जाते हैं, तो वो काफी मेजर सेविंग हो जाती है। दूसरा फायदा क्या है कि आप अगर फंड्स रेज करना चाहते हैं, जैसे अभी आपने कहा कॉर्पोरेट सोशल रिस्पॉन्सिबिलिटी CSR, तो आप फंड्स रेज कर सकते हैं, गवर्नमेंट से फंड्स ले सकते हैं, तो वो दूसरा फायदा ये है। और फिर उन फंड्स के थ्रू आप प्रोजेक्ट बना सकते हैं, जिन प्रोजेक्ट से आप अपने अब जैसे मैं पानी पर काम करती हूँ तो मैं अलग अलग कंपनीज में मैं रेन वाटर हार्वेस्टिंग, पॉन्ड रिवाइवल, वाटर अवेयरनेस, उस सब के प्रोजेक्ट्स बनाती हूँ और उसके लिए मुझे फंडिंग आती है और उस फंडिंग से मैं प्रोफेशनल लोगों को हायर करती हूँ जो कि जाकर जो भी मेरा एरिया है, जिस एरिया में मुझे काम करना है उस एरिया में जाकर उसके बारे में लोगों को जागरूक करते हैं उसके बारे में। पर इसमें जो नेगेटिव है वो नेगेटिव ये है कि आप एक सोर्स ऑफ इनकम क्रिएट नहीं कर सकते जिदा तुसी अपना कुछ क्योंकि जिदा तुसी कमाई नहीं कर सकते, तुसी तुहाडे कंट्रोल तुहाडे हाथ से 100% होंदे नहीं ने, क्योंकि तुसी आप डोनेशन ले रहे हैं कंपनी से और कंपनी जो है वो कहेगी कि हमारी फैक्ट्री यहाँ पर है, आपको अपना काम इसके आसपास करना है, या हमारी प्रायोरिटी ये है कि आप
एग्रीकल्चर, ये सिर्फ फगवाड़ा गुड ग्रो की बात नहीं कर सकते, आपको 5 तरीके के वाटर कंजर्विंग एग्रीकल्चर टाइप्स के बारे में बात करना है। तो वो जो है कंपनी जो है अपनी, या जो भी डोनर है वो अपनी प्रायोरिटीज के अनुसार वो आपको कहेगा, तो थोड़ी लिमिटेशंस उसमें भी आ जाती हैं। और तीसरा ये है कि जो भी प्रोजेक्ट आता है उसका एक टाइम पीरियड होता है, तो उस टाइम पीरियड के लिए तो आपके पास एक टीम आ गई, लेकिन उसके बाद फिर आपको नए नए प्रोजेक्ट्स लाने पड़ेंगे। तो कहने का मतलब ये, लाइक कंपनी ਇਹਦੇ ਵਿੱਚ ਵੀ ਤੁਹਾਨੂੰ ਕੰਮ ਤੇ ਉਨਾ ਹੀ ਕਰਨਾ ਪਏਗਾ। ਦਿਸ ਇਜ਼, ਇਹ ਵੀ ਇੱਕ ਕੰਪਨੀ ਹੈ, ਪਰ ਇਹ ਹੈ ਕਿ ਇਸ ਕੰਪਨੀ ਦਾ ਜਿਹੜਾ ਪੈਸਾ ਹੈ ਉਹ ਪੈਸਾ ਕੰਪਨੀ ਐਨਜੀਓ ਚ ਹੀ ਰਹੇਗਾ, ਤੇ ਐਨਜੀਓ ਦੇ ਆਬਜੈਕਟਿਵਸ ਲਈ ਯੂਜ਼ ਹੋ ਸਕਦਾ ਹੈ। ਕੋਈ ਵੀ ਜਿਹੜਾ ਉਹਦਾ ਓਨਰ ਹੈਗਾ ਹੈ, शेयर होल्डर है, वो पैसा अपने घर नहीं ले जा सकता। दूसरा जो मैं आपको एक एग्जांपल देना चाहती हूँ। पिछले कुछ सालों में जीरो बजट नेचुरल फार्मिंग ZBNF वो बहुत फैल गया। आंध्र प्रदेश के एक फार्मर से एक जगह से शुरू हुआ और फिर गवर्नमेंट के साथ मिलके वो जो था वो कई स्टेट्स में चला गया। अब मैं पिछले कई सालों से जब से आप लोगों से जुड़ी हूँ, मैं आपको पहली बार भी जब मिली थी तब भी मैंने वही कहा था कि अगर आपका पर्पस अपनी मेथोडोलॉजी को प्रमोट करना है तो उसको करने के लिए सबसे इंपॉर्टेंट चीज ये है स्टैंडर्डाइजेशन। वो जो ZBNF वाले लोग थे, उन्होंने फॉर्मूले बना दिए कि ये कॉम्बिनेशन ऑफ क्रॉप्स, उसके लिए आपको फील्ड ऐसी प्रिपेयर करनी है। उन्होंने एक तरह से एक मोबाइल ऐप तो नहीं बनाया, पर उन्होंने 7 डिफरेंट पैकेजेस बना दिए कि फार्मर को सोचना ना पड़े और वो बिना सोचे उन पैकेजेस में से एक अडॉप्ट कर ले। और फिर इन लोगों ने क्या किया कि इन लोगों ने दूसरे एनजीओ के साथ टाई अप किया, अपनी पैकेज के बारे में बताया, पहले गवर्नमेंट को कन्विंस किया और गवर्नमेंट के थ्रू फिर दूसरे एनजीओ तो खुद नहीं, दूसरे एनजीओ, क्योंकि उनको गवर्नमेंट के प्रेशर की वजह से फंडिंग मिली कि आप इस ZBNF मेथोडोलॉजी को प्रमोट करें, तो दूसरे एनजीओ एक तरह से फ्रेंचाइजी हो गए इनके कि अब वो ZBNF मेथोडोलॉजी को वो प्रमोट कर रहे थे। सो मतलब मेरा कहने का जो बेसिक भावार्थ है वो ये है कि ये जो आपके डिस्कशन है, ये इस समय आपकी लाइफ की सबसे इम्पोर्टेंट डिस्कशन है, क्योंकि इसी के बेसिस पर फॉर्मूला बनेगा। आपके पास जो ऑप्शंस हैं, एनजीओ है, एनजीओ के मैंने जैसे कहा कि उसके दूसरा कंपनी बनाना है, और कंपनी जो है तीसरा एक FPO बनाना है। तीनों केसेस में आप फंड्स रेज कर सकते हैं, आप वो कर सकते हैं। और अगर कंपनी बनाते हैं तो आप एक फ्रेंचाइज मॉडल डेवलप कर सकते हैं। अगर आप एनजीओ बनाते हैं तो भी आपको अगर मास लेवल पर लेके जाना है तो वो जो स्टैंडर्डाइजेशन वाला जो काम है वो तो आपको करना ही पड़ेगा, नहीं तो और लोग आपकी बात का प्रचार नहीं कर पाएंगे फुल्ली, वो वहीं रह जाएगा। तो बात सारी फंड्स रेजिंग पे हो जाती है। एक्चुअली इट्स ऑल अबाउट मनी। अब आगे चलिए अपना मोबाइल नंबर शेयर करोगे परवीन जी? हेलो, आगे चलनी है, बाकी सुझाव ला लिए, बाद में सवाल कर ले। हाँ जी बूटा सिंह धीरा पत्रा। हाँ जी, सत श्री अकाल जी मेरे वालों सारिਆਂ ਨੂੰ। हाँ जी, मैनू तो ये लगता जे कि आ जिहड़ियां सरकारां ते कारपोरेट अपना दुश्मन है, ते इहदे तो बचन की लोड़ है। जिन्ना भी बचना है तो आपां देसी तरीके नाल काम करिए ना। जिहड़ा खेती आ जिहड़ी फगवाड़ा गुड ग्रो वाली ये कामयाब मॉडल है, कोई शक वाली गल नहीं। तो ये जिवें इन्हां ने नारा दिता है ना डॉक्टर चिमनलाल शिष्टारा ने भी, ये सारे ही मसले हल करेगी, तो वाकई ये मसले हल करेगी। तो मैनू ये लगता कि भी ये भी तरीका जिहड़ा तुसीं NGO की गल करदे सारे सिस्टम की देसी अपनाउणा पैना जे आपां नूं, क्योंकि सीधा जिहड़ा है ना खेतां तो गाहक तक जिहड़ा पहुंचाइए, क्योंकि जिहड़े अपने कस्टमर ने वो भी अपने समाज के लोग ने, ते उन्हां नूं चंगी चीज नहीं मिल रही, जहर वाली मिल रही है। जिथे साडे किसान जिहड़ी चीज पैदा करनगे, अनाज पैदा करनगे, सब्जियां पैदा करनगे, पहलां तां आपो आपदे शहरां दे विच आपो आपदे पहलां तां पिंडां तो शुरू कर लो, क्योंकि मैं समझदा जी भी जिद्दन
ਬਾਜ਼ਾਰ ਦੇ ਵਿੱਚੋਂ ਅਸੀਂ 20 ਰੁਪਏ ਗੋਭੀ ਖਰੀਦਦੇ ਆ ਨਾ, ਉਸ ਦਿਨ ਕਿਸਾਨ ਦੀ 5 ਰੁਪਏ ਵਿਕੀ ਹੁੰਦੀ ਜੇ। ਉਹ ਜਿਹੜੇ 15 ਰੁਪਏ ਵਿਚਲੇ ਜਿਹੜੇ 2-3 ਵਿਚੋਲੇ ਆ ਉਹ ਖਾਂਦੇ ਆ, ਤੇ ਉਹਦੇ ਨਾਲੋਂ ਚੰਗੀ ਗੱਲ ਇਹ ਵੀ ਕਿਸਾਨ ਗਾਹਕ ਨੂੰ 20 ਰੁਪਏ ਦੇ ਦਿਓ, ਪਰ ਜ਼ਹਿਰ ਮੁਕਤ ਹੋ ਜਾਏਗੀ ਉਹਨੂੰ, ਉਹਦੇ ਚ ਨਾ ਯੂਰੀਆ ਹੋਏਗੀ, ਨਾ DAP, ਤੇ ਨਾ ਹੀ ਪੈਸਟੀਸਾਈਡ ਦੀ ਉਹਦੇ ਚ ਲੋੜ ਪਏਗੀ। ਤੇ ਇਹਦੇ ਚ ਕੱਲੀ ਨਦੀਨ ਵਾਲੀ ਸਪਰੇਅ ਹੋ ਜਾਏਗੀ, ਉਹ ਵੀ ਬਹੁਤ ਘੱਟ, ਜਿੱਥੇ 2 ਲੀਟਰ ਵਰਤਦੇ ਆ ਆਪਾਂ ਨਾ 1 ਕਿੱਲੇ ਦੇ ਵਿੱਚ ਨਦੀਨ ਵਾਲੀ। ਇਸ ਤਕਨੀਕ ਨਾਲ 200 ਗ੍ਰਾਮ, ਸਿਰਫ ਵੱਧ ਤੋਂ ਵੱਧ 200 ਗ੍ਰਾਮ, ਨਹੀਂ ਤੇ ਇਸ ਤੋਂ ਵੀ ਘੱਟ ਹੋ ਸਕਦੀ, ਜਿਵੇਂ ਜਿਵੇਂ ਤੁਹਾਨੂੰ ਤਜਰਬਾ ਆ ਗਿਆ। ਤੇ ਇਹ ਜਿਹੜੀ ਆਪਾਂ ਸੈਮੀ ਆਰਗੈਨਿਕ ਹੋ ਜਾਏਗੀ, ਇਹ ਲੋਕਾਂ ਤੱਕ ਪਹੁੰਚਾਉਣੀ ਸ਼ੁਰੂ ਕਰ ਦਈਏ। ਉਸ ਤੋਂ ਬਾਅਦ ਇਹਦੀ ਪ੍ਰੋਸੈਸਿੰਗ ਜਿਹੜੀ ਕਰਨੀ ਹੈ ਉਹ ਵੀ ਆਪਾਂ ਦੇਸੀ ਤਰੀਕੇ ਨਾਲ ਹੀ, ਕਿਉਂਕਿ ਅਸੀਂ ਜਿਹੜਾ ਇੱਕ ਮਾਡਲ ਬਣਾਇਆ ਹੋਇਆ ਇੱਥੇ ਫਿਰੋਜ਼ਪੁਰ ਫਾਰਮਰ ਹੈਲਪ ਸੋਸਾਇਟੀ ਧੀਰਾ ਪੱਤਰਾ, ਡਾਕਟਰ ਚਿਮਨ ਲਾਲ ਵਸ਼ਿਸ਼ਟਾ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਅਸੀਂ ਸਿੱਧਾ ਖੇਤ ਤੋਂ ਗਾਹਕ ਤੱਕ ਜਿਹੜਾ ਹੈਗਾ ਨਾ ਦੇ ਰਹੇ ਹਾਂ। ਤੇ ਉਹ ਅਸੀਂ ਕੋਈ ਮਸ਼ੀਨਰੀ ਆਪਦੀ ਨਹੀਂ ਲਾਈ ਹੋਈ, ਕਿਉਂਕਿ ਮਸ਼ੀਨਰੀ ਇੱਥੇ ਇਹਨੂੰ ਕੀ ਜ਼ਿਆਦਾ ਹੈਗੀ ਹੈ ਵੀ ਅਸੀਂ ਜੇ ਕੁਆਲਿਟੀ ਦੀ ਸਰੋਂ ਤਿਆਰ ਕਰ ਲਈਏ ਤੇ ਅਸੀਂ ਉਹਨੂੰ ਪ੍ਰੋਸੈਸ ਕਰਵਾ ਕੇ ਅਸੀਂ ਤੇਲ ਦੇ ਸਕਦੇ ਹਾਂ, ਵਧੀਆ ਖਲ ਦੇ ਸਕਦੇ ਹਾਂ ਪਸ਼ੂਆਂ ਵਾਸਤੇ। ਉਸ ਤੋਂ ਇਲਾਵਾ ਅਸੀਂ ਜੇ ਗੰਨਾ ਤਿਆਰ ਕਰਦੇ ਹਾਂ, ਗੁੜ ਜਿਹੜਾ ਹੈ, ਅਸੀਂ ਜੇ ਆਪਦਾ ਹਰੇਕ ਬੰਦਾ ਨਹੀਂ ਘਰਾੜਾ ਲਾ ਸਕਦਾ, ਜਿਨ੍ਹਾਂ ਨੇ ਘਰਾੜਾ ਲਾਇਆ ਹੋਇਆ ਉਹਨਾਂ ਨੂੰ ਆਪਦਾ ਗੰਨਾ ਨਾ ਬੀਜਣਾ ਪਵੇ, ਉਹਨਾਂ ਨੂੰ ਇਹ ਸਿਸਟਮ ਹੋਵੇ ਵੀ ਅਸੀਂ ਸਿਰਫ ਤਾਂ ਬਣਾ ਕੇ ਦੇਣਾ, ਉਹਨਾਂ ਦਾ ਉਸ ਲਾਈਨ ਤੇ ਪ੍ਰੋਸੈਸਿੰਗ ਚ ਇਕੱਲਾ ਤਜਰਬਾ ਹੋ ਜੇ, ਤੇ ਕਿਸਾਨ ਦਾ ਆਪਦੀ ਮਤਲਬ ਚੀਜ਼ ਪੈਦਾ ਕਰਨ ਚ ਹੋ ਜੇ। ਹੁਣ ਜਦੋਂ ਅਸੀਂ ਕਿਸਾਨਾਂ ਨੂੰ ਇੱਕ ਨਾਲ ਵਪਾਰੀ ਬਣਾਉਣ ਬਾਰੇ ਸੋਚਦੇ ਹਾਂ ਵੀ ਕਿਸਾਨ ਪ੍ਰੋਸੈਸਿੰਗ ਵੀ ਕਰਨ ਤੇ ਮਾਰਕੀਟਿੰਗ ਵੀ ਕਰਨ, ਇਹ 3 ਕੰਮ ਇੱਕ ਕਿਸਾਨ ਨਹੀਂ ਕਰ ਸਕਦਾ, ਇੱਕ ਵਪਾਰੀ ਵੀ ਨਹੀਂ ਕਰ ਸਕਦਾਗਾ। ਇਸ ਕਰਕੇ ਕਿਸਾਨ ਨੂੰ ਕਿਸਾਨ ਦਾ ਕੰਮ ਦਿੱਤਾ ਜਾਵੇ, ਸਭ ਤੋਂ ਉੱਤਮ ਵੀ ਕਿਸਾਨ ਦਾ ਕੰਮ ਚ। ਮੈਂ ਅੱਗੇ ਵੀ ਦੱਸ ਚੁੱਕਿਆ ਸੀ ਵੀ ਮੈਂ ਸਵਾਹ ਤੱਕਰ ਵੀ ਵੇਚੀ ਜੇ, ਤੇ ਇਸ ਤੋਂ ਇਲਾਵਾ ਗਾਵਾਂ ਦਾ ਪਿਸ਼ਾਬ ਜਿਹੜਾ ਹੈ ਉਹ ਵੀ ਵੇਚ ਕੇ ਵੇਖਿਆ, ਸਭ ਕੁਝ ਵੇਚ ਕੇ ਵੇਖਿਆ, ਵਿਕਦਾ ਹੈ। ਤੇ ਉਹਦੇ ਵਿੱਚ ਪਰ ਜਿਹੜਾ ਹੈਗਾ ਚ ਨਾ ਆਨੰਦ ਸਭ ਤੋਂ ਵੱਧ ਉਹ ਹੈਗਾ ਚ ਖੇਤੀ ਦੇ ਵਿੱਚ, ਜਿਵੇਂ ਆਖਿਆ ਗਿਆ ਸੀ ਵੀ ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ, ਕੁੱਕਰਦਾਰ। ਮੈਨੂੰ ਅੱਜ 2 ਲੱਖ ਰੁਪਇਆ ਵੀ ਉੱਥੇ ਦੁਕਾਨ ਤੇ ਕੋਈ ਦੇਵੇ ਨਾ, ਜਿੱਥੇ ਸਾਡਾ ਆਊਟਲੈਟ ਫਿਰੋਜ਼ਪੁਰ ਹੈਗਾ, ਵੀ ਤੂੰ ਇੱਥੇ ਬਹਿ ਜਾ, ਤੇ ਮੈਂ ਇੱਕ ਦਿਨ ਨਹੀਂ ਬਹਿ ਸਕਦਾ, ਤੇ ਆਪਦੇ ਕੋਲੋਂ ਖਰਚਾ ਕਰਕੇ ਵੀ ਮੈਨੂੰ ਜਾਣਾ ਪਵੇ ਨਾ, ਵੀ ਤੁਸੀਂ ਜਾ ਕੇ ਦੱਸ ਕੇ ਆਓ ਡਾਕਟਰ ਚਿਮਨ ਲਾਲ ਵਸ਼ਿਸ਼ਟਾ ਦੀ ਡਿਊਟੀ ਲਾ ਦਿੰਦੇ ਆ, ਤੇ ਉਹਦੇ ਚ ਮੈਨੂੰ ਸੰਤੁਸ਼ਟੀ ਜ਼ਿਆਦਾ ਮਿਲਦੀ ਜੇ। ਜਾਂ ਮੇਰੇ ਕੋਲੇ ਕੋਈ ਵੇਖਣ ਵਾਸਤੇ ਇਹਨਾਂ ਦਾ ਮਾਡਲ ਆਉਂਦਾ ਹੈ, ਉਹਨਾਂ ਨਾਲ ਜਿਹੜਾ ਦੱਸ ਕੇ ਸੰਤੁਸ਼ਟੀ ਮਿਲਦੀ, ਉਹ ਮੈਨੂੰ ਉਧਰਲੇ ਪਾਸਿਓਂ ਨਹੀਂ ਮਿਲਦੀ ਜੇ। ਤੇ ਮੈਂ ਇਸ ਕਰਕੇ, ਚਲੋ ਤੁਸੀਂ ਜਿਵੇਂ ਕਰਦੇ ਪਏ ਜੇ ਵਧੀਆ, ਪਰ ਅਖੀਰ ਮੈਨੂੰ ਇਹ ਲੱਗਦਾ ਜੇ ਮੈਂ ਦੇਸੀ ਚੀਜ਼ਾਂ ਤੇ ਕੰਮ ਕੀਤਾ ਜੇ, ਤੇ ਇਹ ਕਰਦਾ ਪਿਆ ਵੀ ਇੱਥੋਂ ਤੱਕ ਵੀ ਆੜੀ ਬਲੈਤੀ ਪੱਗ ਜਿਹੜੀ ਅਸੀਂ ਬੰਨਣ ਲੱਗ ਪਏ ਨਾ ਪੂਣੀ ਕਰਕੇ, ਇਹਦੇ ਚੋਂ ਮੈਂ ਦੇਸੀ ਤੇ ਆ ਗਿਆ ਜੇ, ਤੇ ਉਹਦੇ ਚ ਸੌਖਾ ਰਿਹਾ ਜੇ। ਤੇ ਜਿੰਨੀਆਂ ਦੇਸੀ ਚੀਜ਼ਾਂ ਅਪਣਾਵਾਂਗੇ ਆਪਾਂ, ਸਰਕਾਰਾਂ ਤੇ ਕਾਰਪੋਰੇਟ ਤੋਂ ਖਾੜਾ ਛਡਾ ਲਾਂਗੇ, ਓਨੇ ਹੀ ਸੌਖੇ ਰਵਾਂਗੇ। ਧੰਨਵਾਦ, ਮਿਹਰਬਾਨੀ। ਹਾਂਜੀ, ਸੁਖਵਿੰਦਰ ਸਿੰਘ ਕਿੰਗਰਾ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਹੀ ਸੋਹਣੇ ਜਿਹੜੇ ਵਿਚਾਰ ਹੈਗੇ ਆ ਉਹ ਅੱਜ ਇਸ ਵਿਸ਼ੇ ਤੇ ਹੋਏ ਆ ਕਿ ਆਪਾਂ ਜਿਹੜਾ ਗੁੱਡ ਗਰੋ ਫਗਵਾੜਾ ਟੈਕਨੀਕ ਹੈ ਇਹਨੂੰ ਪੂਰੇ ਵਿਸ਼ਵ ਤੱਕ ਕਿਵੇਂ ਇਹਨੂੰ ਇੰਪਲੀਮੈਂਟ ਕਰੀਏ ਤੇ ਹਰੇਕ ਕਿਸਾਨ ਤੱਕ ਕਿਵੇਂ ਪਹੁੰਚਾਈਏ। ਤੇ ਨਾਲ ਦੀ ਨਾਲ ਇਹ ਵੀ ਜ਼ਿਕਰ ਹੋਇਆ ਕਿ ਜਿਹੜੇ ਪ੍ਰੋਡਕਸ਼ਨ ਹੁੰਦੀ ਹੈ, ਜਿਵੇਂ ਬੂਟਾ ਸਿੰਘ ਜੀ ਨੇ ਕਿਹਾ ਹੈਗਾ ਕਿ ਉਹਦੀ ਪ੍ਰੋਸੈਸਿੰਗ ਤੋਂ ਲੈ ਕੇ ਮਾਰਕੀਟਿੰਗ ਜਿਹੜੀ ਹੈਗੀ ਆ ਉਹਦਾ ਨਾਲ ਦੀ ਨਾਲ ਆਪਾਂ ਧਿਆਨ ਰੱਖ ਕੇ ਚੱਲੀਏ। ਮੇਰਾ ਖਿਆਲ ਦੇ ਵਿੱਚ ਜਿਹੜੀ NGO ਵਾਲੀ ਵੀਰ ਨੇ ਗੱਲ ਕਰੀ ਹੈਗੀ ਆ ਤੇ ਨਾਲ ਦੀ ਦੂਸਰਾ ਕੰਪਨੀ ਵਾਲੀ ਗੱਲ ਹੋਈ ਆ। ਇੱਥੇ ਅਸੀਂ ਕਾਫੀ ਸਮੇਂ ਤੋਂ ਪਹਿਲਾਂ ਵੀ ਜ਼ਿਕਰ ਕਰਦੇ ਹਾਂ ABCZ ਮਾਡਲ ਦੀ, ਤੇ ਮੇਰੇ ਦਿਮਾਗ ਦੇ ਵਿੱਚ ਉਦੋਂ ਤੋਂ ਇਹ ਦੋਨੋਂ ਵਿਚਾਰ ਸੁਣ ਕੇ ਜਿਹੜਾ ਉਹਦੇ ਬਾਰੇ ਕਾਫੀ ਮਤਲਬ ਵਿਚਾਰ ਆ ਰਹੇ ਸੀ ਕਿ ਕਿਉਂ ਨਾ ਆਪਾਂ ਏਦਾਂ ਦਾ ਕੋਈ ਮਾਡਲ ਜਿਹੜਾ ਸਮਾਂ ਇਸ ਟਾਈਮ ਜਿਹੜਾ ਢੁਕਵਾਂ ਸਮਾਂ ਜਿਵੇਂ ਆ ਚੁੱਕਿਆ ਕਿ ਆਪਾਂ ਉਸ ਮਾਡਲ ਨੂੰ ਜਿਹੜਾ ਇੰਪਲੀਮੈਂਟ ਕਰਨ ਦਾ ਜਿਹੜਾ ਸਮਾਂ ਹੈਗਾ, ਜਿਹਦੇ ਵਿੱਚ ਕਿ ਆਪਾਂ ਜੇਕਰ ਕਿਸਾਨ ਜੋੜਦੇ ਵੀ ਆ ਤੇ ਉਹਨਾਂ ਦੇ ਸ਼ੇਅਰ ਹੋਲਡ ਹੋਣ ਤੇ ਜਿਹੜਾ ਬੈਨੀਫਿਟ ਆ ਉਹਨਾਂ ਕਿਸਾਨਾਂ ਨੂੰ ਜਾਵੇ ਤੇ ਉਹਨਾਂ ਕਿਸਾਨਾਂ ਦਾ ਹੀ ਅੱਗੇ ਜਾ ਕੇ ਜਿਹੜਾ ਪ੍ਰੋਸੈਸਿੰਗ ਪੁਆਇੰਟ ਜਿੰਨੇ ਵੀ ਬਣਦੇ ਆ ਜਾਂ ਜਿੰਨੇ ਵੀ ਆਪਣੀ ਇਸ ਖੇਤੀ ਨੂੰ ਅੱਗੇ ਪ੍ਰਫੁੱਲਤ ਕਰਨ ਦੇ ਤੇ ਆਪਾਂ ਕੰਮ ਕਰਦੇ ਆ, ਜਿਹੜੀ ਇਨਵੈਸਟਮੈਂਟ ਹੁੰਦੀ ਆ ਉਹਨਾਂ ਕਿਸਾਨਾਂ ਦੀ ਉਹਨਾਂ ਆਪਦੇ ਕਸਟਮਰ ਦੀ ਹੋਵੇ ਤੇ ਉਹਨਾਂ ਨੂੰ ਹੀ ਉਹਦਾ ਪ੍ਰੋਫਿਟ ਹੋਵੇ। ਇੱਕ ਏਦਾਂ ਦਾ ਮਾਡਲ ਜਿਹੜਾ ਕੀ ਆ ਖੜਾ ਕੀਤਾ ਜਾ ਸਕਦਾ, ਕਿਉਂਕਿ ਦੇਖੋ ਇਸ ਟਾਈਮ ਅਸੀਂ ਦਿੱਲੀ ਦੇ ਵਿੱਚ ਕਿੰਨਾ ਜਿਹੜਾ ਪੈਸਾ ਉਹ ਇੱਕ ਤਰ੍ਹਾਂ ਦਾ ਜੇਕਰ ਉੱਥੋਂ ਸਾਨੂੰ ਕੋਈ ਬੈਨੀਫਿਟ ਨਹੀਂ ਹੁੰਦਾ ਤੇ ਉਹ ਸਾਡਾ ਸਾਰਾ ਵੇਸਟ ਚਲਾ ਜਾਣਾ। ਤੇ
ਇੰਨਾ ਹੀ ਪੈਸਾ ਜੇਕਰ ਅਸੀਂ ਕਿਸੇ ਸਿਸਟਮ ਵਾਈਜ਼ ਤਰੀਕੇ ਦੇ ਨਾਲ ਕਿਤੇ ਇਨਵੈਸਟ ਕੀਤਾ ਹੁੰਦਾ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਪੂਰੇ ਵਿਸ਼ਵ ਦੇ ਵਿੱਚ ਜਿਹੜੇ ਕਿ ਕਾਰਪੋਰੇਟ ਆ ਉਹਨਾਂ ਨੂੰ ਸਾਰਿਆਂ ਨੂੰ ਟੱਕਰ ਦੇ ਸਕਦੇ ਸੀਗੇ। ਏਦਾਂ ਦਾ ਮਾਡਲ ਬਣ ਸਕਦਾ ਸੀਗਾ ਜਿਹਦੇ ਉੱਪਰ ਆਟੋਮੈਟਿਕਲੀ ਜਿਹੜੀਆਂ ਸਾਰੇ ਵਿਸ਼ਵ ਦੀਆਂ ਜਿਹੜੀਆਂ ਨਜ਼ਰਾਂ ਆ ਜਾਣਗੀਆਂ ਵੀ ਇਹੋ ਜਿਹਾ ਕਿਹੜਾ ਇਹਨਾਂ ਦਾ ਫਲਸਫਾ ਹੈਗਾ ਜਿਹਦੇ ਨਾਲ ਇਹ ਮਾਡਲ ਜਿਹੜਾ ਇੰਨਾ ਕਾਮਯਾਬ ਹੋ ਰਿਹਾ। ਤੇ ਉਹਦੇ ਵਿੱਚ ਜਿਹੜੀ ਆਪਣੀ ਖੇਤੀ ਵਾਲੀ ਤਕਨੀਕ ਆ ਉਹ ਆਪਾਂ ਬੜੇ ਬਾਖੂਬੀ ਉਹਨਾਂ ਨੂੰ ਅੱਗੇ ਪੇਸ਼ ਕਰ ਸਕਦੇ ਹਾਂ ਵੀ ਸਾਡੇ ਕੋਲੇ ਜਿਹੜੀ ਖੇਤੀ ਦੀ ਤਕਨੀਕ ਹੈਗੀ ਆ ਉਹ ਇਹ ਹੈ ਜਿਹਦੇ ਕਰਕੇ ਸਾਡੇ ਨਾਲ ਜਿਹੜੇ ਕਿਸਾਨ ਹੈ ਉਹ ਵੱਧ ਤੋਂ ਵੱਧ ਜੁੜਦੇ ਆ। ਤੇ ਜੁੜਨ ਤੋਂ ਬਾਅਦ ਕੀ ਹੈ ਕਿ ਉਹਨਾਂ ਦਾ ਪਰਸਨਲੀ ਇਹ ਬੈਨੀਫਿਟ ਹੁੰਦਾ ਕਿ ਉਹ ਖੇਤੀਬਾੜੀ ਦੇ ਵਿੱਚ ਵੱਧ ਪ੍ਰੋਫਿਟ ਲੈਂਦੇ ਆ ਤੇ ਨਾਲ ਦੀ ਨਾਲ ਜਿਹੜੀ ਉਹ ਇਨਵੈਸਟਮੈਂਟ ਹੈ ਉਹ ਸਾਡੇ ਇਸ ABCZ ਮਾਡਲ ਦੇ ਵਿੱਚ ਕਰਦੇ ਆ ਤੇ ਅਸੀਂ ਉਹਦੀ ਅੱਗੇ ਜਿਹੜੇ ਉਹਨਾਂ ਦੇ ਬੱਚੇ ਆ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਦਾ ਜਿਹੜਾ ਕਹਿੰਦੇ ਹੁੰਦੇ ਆ ਪ੍ਰੋਸੈਸਿੰਗ ਦਾ ਕੰਮ ਆ ਤੇ ਉਸ ਤੋਂ ਅੱਗੇ ਮਾਰਕੀਟਿੰਗ ਦਾ ਜਿਹੜਾ ਕੰਮ ਆ ਉਹ ਸਾਰਾ ਆਪਣੇ ਇਸ ਸਿਸਟਮ ਦੇ ਵਿੱਚ ਹੱਥ 'ਚ ਲਿਆ ਹੋਇਆ ਜਿਹਦੇ ਨਾਲ ਇਹ ਜਿਹੜਾ ਲੋਕਾਂ ਦੀ ਆਮਦਨੀ ਵਧੀ ਆ ਤੇ ਜਿਹੜਾ ਰੁਜ਼ਗਾਰ ਵੀ ਪੈਦਾ ਹੋਇਆ ਤੇ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਉਹਦੇ ਅੱਗੇ ਝੁਕਣਾ ਪਊਗਾ ਤੇ ਉਸ ਚੀਜ਼ ਨੂੰ ਅਸੀਂ ਨੋ ਪ੍ਰੋਫਿਟ ਨੋ ਲਾਸ ਤੇ ਵੀ ਲੈ ਸਕਦੇ ਹਾਂ ਜਿਹਦੇ ਵਿੱਚ ਕੀ ਹੈ ਕਿ ਅਸੀਂ ਸਿਰਫ ਜਿਵੇਂ ਆਰਗੇਨਾਈਜੇਸ਼ਨਾਂ ਦੇ ਵਿੱਚ ਹੁੰਦਾ ਹੈਗਾ ਸਿਰਫ ਅਸੀਂ ਤਨਖਾਹਾਂ ਦੇ ਸਕਦੇ ਹਾਂ ਜਿਹੜਾ ਵੀ ਮਤਲਬ ਉਹਦੇ ਵਿੱਚ ਕੰਮ ਕਰਦਾ ਹੈਗਾ ਚਾਹੇ ਉਹ ਡਾਇਰੈਕਟਰ ਹੋਣ ਚਾਹੇ ਉਹ CEO ਹੋਣ ਤੇ ਬਾਕੀ ਉਹਦੇ ਵਿੱਚ ਜਿਹੜਾ ਜੋ ਵੀ ਇਨਵੈਸਟਮੈਂਟ ਆ ਉਹ ਸਾਰੀ ਆਪਣੀ ਉਸੇ ਨੂੰ ਹੀ ਪ੍ਰਫੁੱਲਤ ਕਰਨ ਵਿੱਚ ਲੱਗੇ ਤੇ ਉਹ ਇੱਕ ਇਹੋ ਜਿਹਾ ਮਾਡਲ ਬਣ ਸਕਦਾ ਪੂਰੇ ਵਿਸ਼ਵ ਦੇ ਮਤਲਬ ਅੱਗੇ ਕਿ ਦੁਨੀਆ ਨੂੰ ਉਸ ਪਾਸੇ ਨੂੰ ਆਉਣਾ ਪਊਗਾ ਜਿਹੜਾ ਕਿ ਇੱਕ ਕਾਰਪੋਰੇਟ ਤੋਂ ਵੀ ਆਜ਼ਾਦ ਕਰਾਊਗਾ ਤੇ ਲੋਕਾਂ ਨੂੰ ਇੱਕ ਆਪਦੀ ਪਾਵਰ ਦਾ ਪਤਾ ਲੱਗੂਗਾ ਕਿ ਜਿਹੜਾ ਪੈਸਾ ਅਸੀਂ ਬੈਂਕਾਂ ਦੇ ਵਿੱਚ 1000 100 ਜਾਂ 500 ਜਾਂ ਲੱਖ ਰੁਪਈਆ ਜਮ੍ਹਾਂ ਕਰਵਾ ਰਹੇ ਹਾਂ ਉਹਦਾ ਸਾਨੂੰ ਇੱਕ ਜਿਹੜਾ ਥਰਡ ਪਾਰਟੀ ਹੈਗੀ ਆ ਜਿਹੜੀ ਵਿੱਚੋਂ ਉਹਦੇ ਕਮਿਸ਼ਨ ਦੇ ਤੌਰ ਤੇ ਵਿੱਚੋਂ ਪੈਸਾ ਲੈ ਜਾਂਦੀ ਕਮਾ ਕੇ ਤੇ ਸਾਨੂੰ ਉਹਦਾ ਕੁਝ ਵੀ ਨਹੀਂ ਮਿਲਦਾ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਉਸ ਚੀਜ਼ ਦਾ ਵੀ ਗਿਆਨ ਹੋਊਗਾ ਤੇ ਉਹ ਜਿਹੜਾ ਆਪਦਾ ਜਿਹੜੀ ਜਿੰਨੀ ਵੀ ਮਤਲਬ 10-9 ਦੀ ਕਮਾਈ ਹੋਊਗੀ ਉਹ ਇੱਕ ਇਹੋ ਜਿਹੇ ਸਿਸਟਮ ਦੇ ਵਿੱਚ ਲਾਉਣਗੇ ਕਿ ਜਦੋਂ ਮਰਜ਼ੀ ਉਹ ਉਹਦੇ ਚੋਂ ਕੱਢ ਸਕਣ ਤੇ ਜਦੋਂ ਮਰਜ਼ੀ ਉਹ ਇਨਵੈਸਟਮੈਂਟ ਕਰ ਸਕਣ ਇੰਨਾ ਕੁ ਖੁੱਲਾ ਤੇ ਇੰਨਾ ਕੁ ਪਾਰਦਰਸ਼ੀ ਹੋਵੇ ਕਿ ਜੇਕਰ ਕੋਈ ਵਿਅਕਤੀ ਉਹਦੇ ਵਿੱਚ ਇਨਵੈਸਟਮੈਂਟ ਨੂੰ ਵਾਪਸ ਵੀ ਲੈਣਾ ਚਾਹਵੇ ਤਾਂ ਉਹਦੇ ਦਰਵਾਜ਼ੇ ਖੁੱਲੇ ਹੋਣ ਤੇ ਏਦਾਂ ਦੀ ਆਪਾਂ ਕੋਈ ਮਾਡਲ ਸੈੱਟ ਕਰੀਏ ਜਿਹਦੇ ਵਿੱਚ ਸਾਰੀ ਦੁਨੀਆ ਦੀ ਜਿਹੜੀ ਨਜ਼ਰ ਹੋਵੇ ਕਿ ਇਹ ਏਦਾਂ ਦਾ ਕਿਉਂ ਚੱਲ ਰਿਹਾ ਕਿਉਂ ਇਹਦੇ ਵਿੱਚ ਇਹੋ ਜਿਹਾ ਕੀ ਹੈ ਜਿਹੜਾ ਕਿ ਇਹਨੂੰ ਇੰਨਾ ਜ਼ਿਆਦਾ ਸਪੀਡ ਨਾਲ ਕਾਮਯਾਬ ਹੋ ਰਿਹਾ ਤੇ ਫਿਰ ਜਿਹੜਾ ਸਾਡਾ ਖੇਤੀ ਮਾਡਲ ਹੈ ਉਹ ਜਿਹੜਾ ਪੂਰੀ ਦੁਨੀਆ ਦੇ ਵਿੱਚ ਬੜੀ ਜਲਦੀ ਐਸਟੈਬਲਿਸ਼ ਹੋ ਜਾਊਗਾ ਤੇ ਅਸੀਂ ਉਹਨੂੰ ਦੱਸਣ ਦੇ ਵਿੱਚ ਕਾਮਯਾਬ ਹੋਵਾਂਗੇ। ਧੰਨਵਾਦ ਜੀ। ਹਾਂਜੀ ਡਾਕਟਰ ਅਵਤਾਰ ਸਿੰਘ ਜੀ। ਹਾਂਜੀ ਬਹੁਤ ਹੀ ਵਧੀਆ ਅੱਜ ਵਿਚਾਰ ਚਰਚਾ ਹੋਈ ਹੈ ਬੜਾ ਕੁਝ ਸਿੱਖਣ ਨੂੰ ਮਿਲਿਆ ਤੇ ਬਾਕੀ ਜਿਹੜੀ ਆਰਗੇਨਾਈਜੇਸ਼ਨ ਦੀ ਆਪਾਂ ਗੱਲ ਕਰਦੇ ਇਹ ਡਿਵੈਲਪ ਕਰਨੀ ਹੈ ਇਹਦੇ ਕੀ ਹੋਣ ਇਹਦੇ ਇਹ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਜਾਵੇ ਉਹਦੇ ਲਈ ਜਿਹੜਾ ਕਰਨਦੀਪ ਨੇ ਸਟਰਕਚਰ ਦੇ ਬਾਰੇ ਦੱਸਿਆ ਮੈਨੂੰ ਤਾਂ ਕਾਫੀ ਵਧੀਆ ਲੱਗਾ। ਬਾਕੀ ਜਿਹੜੀ ਯੁਕਤੀ ਮੈਡਮ ਨੇ ਗੱਲ ਕੀਤੀ ਹੈਗੀ ਹੈ ਇਹਨਾਂ ਬਾਕੀ ਪਰਮਜੀਤ ਸਿੰਘ ਉਹਨਾਂ ਨੇ ਗੱਲ ਕੀਤੀ ਛੀਨੇਵਾਲ ਨੇ ਇਹਨਾਂ ਸਾਰਿਆਂ ਨੂੰ ਆਪਾਂ ਵਿਚਾਰ ਕੇ ਤਾਂ ਫੇਰ ਕੋਈ ਨਾ ਕੋਈ ਨਵਾਂ ਸਟਰਕਚਰ ਡਿਵੈਲਪ ਕਰੀਏ ਕਿ ਜਿਹੜਾ ਕਿ ਜਿਹੜੇ ਕਿ ਸਾਡੇ ਫਲਸਫੇ ਦੇ ਮੁਤਾਬਕ ਹੋਵੇ ਤੇ ਸਾਰਿਆਂ ਦੀ ਸਰਬੱਤ ਦੇ ਭਲੇ ਦੀ ਜਿਹੜਾ ਗੱਲ ਕਰੇ ਇਸ ਤਰ੍ਹਾਂ ਦਾ ਕੋਈ ਨਾ ਕੋਈ ਜਿਹੜਾ ਹੈਗਾ ਸਟਰਕਚਰ ਡਿਵੈਲਪ ਕਰਕੇ ਤਾਂ ਆਪਾਂ ਅੱਗੇ ਤੁਰ ਸਕਦੇ ਹਾਂ ਤੇ ਇਹ ਜ਼ਰੂਰੀ ਹੈ ਪਹਿਲਾਂ ਵੀ ਆਪਾਂ ਸਾਰਿਆਂ ਦੀ ਪੜਚੋਲ ਕਰੀਏ। ਬਾਕੀ ਜਿਹੜੇ ਕਰਨ ਦੇ ਸਟਰਕਚਰ ਦੇ ਬਾਰੇ ਸੁਝਾਅ ਮੈਨੂੰ ਤਾਂ ਬਹੁਤ ਵਧੀਆ ਧੰਨਵਾਦ। ਹਾਂਜੀ ਲਗਭਗ ਸਾਰੇ ਵੀਰਾਂ ਨੇ ਆਪੋ ਆਪਣੇ ਵਿਚਾਰ ਰੱਖੇ ਆ ਡਾਕਟਰ ਸਾਹਿਬ। ਹਾਂਜੀ ਮੈਂ ਵੀ ਦੱਸਣ ਲੱਗਾ ਸੀ ਜੀ ਉਹੀ ਗੱਲ ਤਾਂ ਜਿਵੇਂ ਸੀਨੀਵਾਲ ਜੀ ਨੇ ਕਿਹਾ ਕਿ ਭਾਵਨਾ ਦੀ ਆ ਤੇ ਕੁਛ ਬਣਾ ਲਓ ਭਾਵਨਾ ਤੁਹਾਡੀ ਕੀ ਆ ਉਹ ਜ਼ਰੂਰ ਡਿਪੈਂਡ ਕਰਦੀ ਆ ਤੇ ਉਹ ਆਪਾਂ ਮਨੁੱਖਤਾ ਦੀ ਭਲਾਈ ਲਈ ਸਾਰੇ ਆਪਣਾ ਲੱਗੇ ਹੋਏ ਆ ਤੁਸੀਂ ਬੜੇ ਸਮੇਂ ਤੋਂ ਲੱਗੇ ਹੋਏ ਆ ਇਸ ਕਰਕੇ ਸਟਰਕਚਰ ਬਣਾਉਣਾ ਬਹੁਤ ਜ਼ਰੂਰੀ ਆ। ਪਹਿਲਾਂ ਇਹ ਤਾਂ ਜ਼ਰੂਰੀ ਆ ਸਾਡੀਆਂ ਟੀਮਾਂ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਹੁਣ ਕਿਸੇ ਦੇ ਮੋਢੇ ਤੇ ਜ਼ਿੰਮੇਵਾਰੀ ਪਈ ਹੋਵੇ ਉਹ ਕੰਮ ਕਰਨ ਤਾਂ ਫਿਰ ਉਹ ਅਸੀਂ ਤੇਜ਼ੀ ਦੇ ਨਾਲ ਜਾ ਸਕਦੇ ਹਾਂ ਤੇ ਸਾਨੂੰ ਜਿਹੜਾ ਹੈਗਾ ਸੋਸ਼ਲ ਮੀਡੀਆ ਵਾਲਾ ਜਿਹੜਾ ਪੱਖ ਆ ਸਾਰਾ ਐਡ ਵਗੈਰਾ ਦੇਣੀ ਤੇ ਉਹ ਤੇ ਕੰਮ ਕਰਨਾ ਉਹ ਇਸ ਕਰਕੇ ਪਹਿਲਾਂ ਸਟਰਕਚਰ ਆ ਜਿਹੜਾ ਉਹ ਮੈਂ ਚਾਹਣਾ ਵੀ ਜਿਹੜਾ ਬਣਾ ਜੋ ਮਰਜ਼ੀ ਲਓ NGO ਬਣਾਓ ਜਾਂ ਕੰਪਨੀ ਬਣਾਓ ਜਾਂ ਜੋ ਵੀ ਆਉਂਦਾ ਤੁਹਾਨੂੰ ਠੀਕ ਲੱਗਦਾ ਜ਼ਿਆਦਾ ਤਜਰਬੇ ਨੇ ਤੁਹਾਡੇ। ਜੋਤੀ ਸ਼ਰਮਾ ਜੀ ਆਏ ਨੇ ਸਾਡੇ ਨਾਲ ਮੈਡਮ ਤਾਂ ਉਹਨਾਂ ਨੇ ਦੱਸਿਆ ਉਹਨਾਂ ਦਾ ਤਜਰਬਾ ਗਾ ਤੁਸੀਂ ਪੁਰਾਣੇ ਚਮਨ ਲਾਲ ਜੀ ਛੀਨੀਵਾਲ ਜੀ ਕਾਫੀ ਧਿਆਨ ਰੱਖ ਰਹੇ ਆ ਉਹਨਾਂ ਨੇ ਲਿੰਕ ਵੀ ਭੇਜਿਆ NGO ਦਾ। ਆਪਾਂ ਰਾਇ ਕਰਕੇ ਬਣਾ ਜੋ ਮਰਜ਼ੀ ਲਓ ਪਰ ਬਣਾ ਲਓ ਬਸ ਮੇਰਾ ਮਤਲਬ ਤਾਂ ਇਹ ਆ ਆਪਾਂ ਚੱਲ ਪਈਏ ਇਹੀ ਸੀ ਮੇਰਾ ਸੁਝਾਅ ਜੀ।
ਬਹੁਤ ਵਧੀਆ। ਜੇ ਸਾਰੇ ਜਿੰਨੇ ਵੀ ਵੀਰਾਂ ਭੈਣ ਨੇ ਆਪਣੇ ਵਿਚਾਰ ਰੱਖੇ ਨੇ ਬਹੁਤ ਵਧੀਆ ਨੇ। ਮੈਡਮ ਜੋਤੀ ਸ਼ਰਮਾ ਵੱਲੋਂ ਜੋ NGO ਚਲਾ ਰਹੇ ਨੇ ਉਹਦੇ ਬਾਰੇ ਦੱਸਿਆ ਗਿਆ ਤੇ ਬਾਕੀ ਵੀ ਕਾਫੀ ਚੰਗੇ ਸੁਝਾਅ ਆਏ। ਇਹਦੇ ਵਿੱਚ ਇੱਕ ਗੱਲ ਦਾ ਪੱਕਾ ਫੈਸਲਾ ਹੋ ਗਿਆ ਕਿ ਸਾਨੂੰ ਕੋਈ ਨਾ ਕੋਈ ਸਟਰਕਚਰ ਬਣਾਉਣਾ ਚਾਹੀਦਾ। ਨੰਬਰ 1 ਕਿਹੋ ਜਿਹਾ ਬਣੇ, ਕੀ ਚਾਹੀਦਾ, ਇਹਦੇ ਬਾਰੇ ਜਿਹੜੀ ਹੈਗੀ ਆ ਉਹ ਵੀ ਸੁਝਾਅ ਆਏ ਨੇ, ਫਾਰਮੈਟ ਵੀ ਦਿੱਤੇ ਗਏ ਆ ਤੇ ਇਹੋ ਜਿਹਾ ਹੋਣਾ ਚਾਹੀਦਾ। ਇਹ ਇੱਕ ਅੰਡਰ ਪ੍ਰੋਸੈਸ ਅੰਡਰ ਦੀ ਕੰਸਟੀਟਿਊਸ਼ਨ ਇਹ ਖੁਸ਼ੀ ਹੈ ਕਿ ਜਿਹੜੇ ਹੈਗੇ ਸਾਡੇ ਚੇਅਰਪਰਸਨ ਇੱਕ ਸਕਸੈਸਫੁਲ NGO ਦੇ ਜੋਤੀ ਸ਼ਰਮਾ ਉਹਨਾਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਸੋ ਮੈਂ ਤਾਂ ਇਹ ਸਮਝਦਾ ਕਿ ਇਹ ਜਿਹੜੀ ਕਾਰਵਾਈ ਅੱਜ ਦੀ ਹੈ ਆਪਣੇ ਕੁਲਦੀਪ ਸਿੰਘ ਜੀ ਹੈਲੋ ਹਾਂਜੀ ਸੁਣੀ ਜਾਣਾ ਜੀ। ਹਾਂ ਜਿਹੜੀ ਅੱਜ ਦੀ ਕਾਰਵਾਈ ਹੈ ਇਹ ਰਿਕਾਰਡਿੰਗ ਐਸ ਸੱਚ ਬਾਕੀ ਜਿਹੜੇ ਵੀਰ ਨਹੀਂ ਪਾਰਟਿਸਿਪੇਟ ਕਰ ਸਕੇ ਉਹਨਾਂ ਨੂੰ ਨੈਗੋਸ਼ੀਏਸ਼ਨ ਵਾਸਤੇ ਭੇਜੀ ਜਾਵੇ। ਠੀਕ ਹੈ ਨਾ, ਆਪਣੇ ਉਹਦੇ ਵਿੱਚ ਪਾਤਾ ਜਾਵੇ। ਅਗਲੇ ਹਫ਼ਤੇ ਫਿਰ ਜਿਹੜਾ ਹੈਗਾ ਉਹ ਵੀ ਪਾਰਟਿਸਿਪੇਟ ਕਰ ਜਾਣਗੇ ਉਹਦਾ ਵਿਚਾਰ ਵਧੀਆ ਗੱਲ। ਠੀਕ ਹੈ ਨਾ ਜੀ। ਹਾਂਜੀ ਬਾਕੀ ਹੋਰ NGO ਬਾਰੇ ਇਹਦਾ ਬੜਾ ਫੈਸਲਾ ਹੋ ਗਿਆ। ਹੁਣ ਕਿਸੇ ਨੇ ਜਿਸ ਤਰ੍ਹਾਂ ਪਰਮਿਸ਼ਨ ਹੋਣੀ ਹੈ ਕਿ ਬਾਕੀ ਕੋਈ ਸਵਾਲ ਕੋਈ ਜਵਾਬ ਹੈ ਉਹ ਤੁਸੀਂ ਮੈਡਮ ਜੋਤੀ ਸ਼ਰਮਾ ਤੋਂ ਪੁੱਛ ਸਕਦੇ ਕਿਉਂ ਕੁੱਲ ਬਣਾ ਕੇ ਫੈਸਲਾ ਹੋ ਗਿਆ ਆਪਾਂ ਸਟਰਕਚਰ ਬਣਾਉਣਾ। ਹਾਂਜੀ ਬਸ ਇਹ ਹੈ ਜੀ ਤੇ 15 ਮਿੰਟ में ਆਪਾਂ ਗੱਲ ਜਿਹੜੀ ਉਹ ਕਰ ਦਈਏ ਅੱਗੇ। ਹਾਂ ਤੇ ਦੂਸਰਾ ਜਿਹੜਾ ਉਹਨਾਂ ਨੇ ਦੱਸਦਾ ਸ਼੍ਰੀ ਬਾਲਾ ਦੱਸਤਾ ਤੁਸੀਂ ਦੱਸਤਾ ਭਾਵਨਾ ਨਾਲ ਗੱਲਾਂ ਚੱਲਦੀਆਂ ਹੁੰਦੀਆਂ। ਇਹ ਇਰਾਦਾ ਮੇਰਾ ਸਾਫ਼ ਆ ਤੇ ਸਾਰਾ ਕੁਝ ਹੈ ਕਿ ਮੇਰਾ ਇਰਾਦਾ ਖਰਾਬ ਆ ਮੈਨੂੰ ਕੁਝ ਵੀ ਡਿਪੈਂਡ ਕਰਦਾ। ਉਹ ਸਵਾਲ ਜਵਾਬ ਹੈ ਦੱਸੋ ਜੀ। ਹਾਂਜੀ ਕੋਈ ਹੋਰ ਵੀਰ ਆਪਣੇ ਪੁੱਛਣਾ ਚਾਹੁੰਦਾ ਕੁਛ ਜਾਂ ਉਹਨੇ ਇਹਦੇ ਸੰਬੰਧੀ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਸੁਝਾਅ ਉਹਦਾ ਹੋਵੇ। ਹਾਂਜੀ ਮੈਂ ਮੈਡਮ ਨੂੰ ਕਿਹਾ ਸੀਗਾ ਵੀ ਜੋਤੀ ਮੈਡਮ ਆਪਣਾ ਨੰਬਰ ਸ਼ੇਅਰ ਕਰਨਾ ਸੀਗਾ CEO ਵਿੱਚ, ਫਿਰ ਉਹ ਗੱਲ ਪਿੱਛੇ ਰਹਿ ਗਈ ਸੀ। ਹਾਂਜੀ ਜੋਤੀ ਸ਼ਰਮਾ ਜੀ ਨੰਬਰ ਤੁਸੀਂ ਇੱਥੇ ਪਾ ਦਿਓ ਭਾਵੇਂ। ਹਾਂਜੀ ਮੇਰਾ ਨੰਬਰ ਹੈ 9899812888। ਹਾਂਜੀ ਉਹ ਸੋਇਲ ਕੰਜ਼ਰਵੇਸ਼ਨ ਦੇ ਸੰਬੰਧ ਵਿੱਚ ਸਾਨੂੰ ਨਾ ਜੀ ਲੋੜ ਪੈਂਦੀ ਹੈ ਸਕੂਲਾਂ 'ਚ ਵੀ ਤੇ ਉਹ ਵੈਸੇ ਮੈਂ ਇਹ ਪੁੱਛਣਾ ਚਾਹੁੰਦਾ ਸੀ ਮੈਡਮ ਨੇ ਇੱਕ ਨਾਮ ਲਿਆ FPO ਦਾ ਕੀ ਸਟਰਕਚਰ ਰਹਿੰਦਾ ਆ? ਫਾਰਮ ਪ੍ਰੋਡਿਊਸ ਔਰ ਜਿਹੜੀ ਫੈਪਰੋ ਆ ਉਹ ਮਾਡਲ ਓਕੇ ਉਹ ਵੀ ਐਕਚੁਅਲੀ ਨਾ ਇਹਦਾ ਹੈ ਕਿ ਇੱਕ ਤਾਂ ਹੁੰਦਾ ਹੈ ਜਿਹੜਾ ਲੀਗਲ ਸਟਰਕਚਰ ਹੈ ਨਾ ਕੋਈ ਵੀ ਹੋਏ ਲੀਗਲ ਸਟਰਕਚਰ ਜਿਹੜਾ ਹੈ ਉਹ ਕੰਪਨੀ ਵੀ ਹੋ ਸਕਦੀ ਹੈ NGO ਵੀ ਹੋ ਸਕਦਾ ਹੈ ਟਰਸਟ ਵੀ ਹੋ ਸਕਦੀ ਹੈ। ਤੇ ਤੁਸੀਂ ਤੁਹਾਨੂੰ ਮੈਂ ਇਹ ਪ੍ਰਪੋਜ਼ ਕਰਾਂਗੀ ਕਿ ਮੈਂ ਤੁਸੀਂ ਚਾਹੋ ਤਾਂ ਆਪਣਾ ਇੱਕ ਡਾਕੂਮੈਂਟ ਬਣਾ ਦੇਵਾਂਗੀ ਜਿਹਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂਗੀ ਜਿਹਦੇ ਵਿੱਚ ਜਿਹੜੇ लीगल स्ट्रक्चर्स ने जिदा मैंने क्या कंपनी NGO ट्रस्ट इन तीनों का डेफिनेशन क्या है, इनका स्ट्रक्चर क्या है, इनके पॉजिटिव्स और नेगेटिव्स क्या हैं, ऐसा करके मैं एक डॉक्यूमेंट बना के आपसे शेयर कर लूंगी ताकि आप थोड़ा कर लें। थोड़ा सा एक और चीज यहाँ डालना चाहूंगी कि सरकार जो है मैं NGO चलाती हूँ सो मैं तो आई एम 100% कि तुसी भी अपना NGO बनाओ ਤੁਹਾਡੀ ਜਿਹੜੀ ਇੰਟੈਂਸ਼ਨ ਹੈਗੀ ਹੈ ਉਹ ਸਮਾਜ ਸੇਵਾ ਲਈ ਹੈ ਤੇ ਇਸ ਕਰਕੇ ਤੁਹਾਨੂੰ NGO बनाना चाहिए। पर एक कॉशन ਦਾ वर्ड भी डालना चाहती हूँ मैं यहाँ पे कि सरकार ਜਿਹੜੀ ਉਹ NGO ਨੂੰ ਆਪਣਾ ਸਾਥੀ ਕਮ ਤੇ ਦੁਸ਼ਮਣ ਜ਼ਿਆਦਾ ਮੰਨਦੀ ਹੈ ਤੇ ਇਸ ਕਰਕੇ ਨਾ ਜ਼ਰਾ ਥੋੜਾ ਸਕਰੂਟਨੀ ਜ਼ਿਆਦਾ ਹੁੰਦੀ ਹੈ ਤੇ ਇਹ ਵੀ ਜਰਾ ਪੁਆਇੰਟ ਥੋੜਾ ਜਿਹਾ ਮਾਈਂਡ 'ਚ ਰੱਖ ਲੈਣਾ। ਮੈਂ ਤੁਹਾਡੇ ਨਾਲ ਇੱਕ ਡਾਕੂਮੈਂਟ ਸ਼ੇਅਰ ਕਰ ਲਾਂਗੀ ਤਾਂ ਕਿ ਤੁਸੀਂ ਉਹਦੇ ਬੇਸਿਸ ਤੇ ਆਪਣਾ ਡਿਸੀਜਨ ਲੈ ਸਕੋ। ਠੀਕ ਹੈ ਬੜਾ ਧੰਨਵਾਦ ਬਹੁਤ ਚੰਗਾ ਲੱਗਾ ਜੀ। ਦੇਖੋ ਐਡਵਾਂਸਮੈਂਟ ਹੋਈ ਹੈ ਜਬ ਜਾਗੇ ਤभी ਸਵੇਰਾ तो लास्ट में सारे बहुत बहुत धन्यवाद ਤੇ ਕੁਲਦੀਪ ਸਿੰਘ ਜੀ ਆਪਾਂ ਰਿਕਾਰਡਿੰਗ ਪਾ ਦਈਏ ਤੇ ਅਗਾਂਹ ਜਿਹੜੇ ਆ ਬੂਟਾ ਸਿੰਘ ਹੁਣੀ ਸੁਖਵਿੰਦਰ ਸਿੰਘ ਤੇ ਭਾਈ ਅਵਤਾਰ ਹੁਣੀ ਆਪਾਂ ਬਾਅਦ 10 ਮਿੰਟ ਮੀਟਿੰਗ ਕਰ ਲਈਏ ਕਿਉਂ ਜੀ।
ठीक है जी, धन्यवाद जी। ਧੰਨਵਾਦ ਜੀ ਬਹੁਤ ਬਹੁਤ। ਅਗਲੇ ਹਫਤੇ ਇਸ ਟਾਈਮ ਤੇ ਫਿਰ ਮਿਲਦੇ। चलिए, थैंक यू जी, सत श्री अकाल। थैंक यू।